ਮਤਲਬ ਇੰਨੀ ਮਾੜੀ ਹਾਲਤ ਹੋ ਗਈ ਸੀਗੀ, ਸਰੀਰ ਕੰਬਦਾ ਸੀ, ਹੱਥ ਕੰਬਦੇ ਸੀ। ਅਤੇ ਫੈਮਿਲੀ ਨੇ ਬਥੇਰਾ ਜ਼ੋਰ ਲਾ ਲਿਆ ਕਿ ਕਿਸੇ ਨਾ ਕਿਸੇ ਤਰੀਕੇ ਇਹਨਾਂ ਨੇ ਕਿਹਾ ਵਾ ਚੱਲ ਰੋਜ਼ ਨਾ ਕਰਿਆ ਕਰੋ, ਘੱਟ ਕਰਿਆ ਕਰੋ, ਦਿਨਾਂ ਨਾ ਪੀਆ ਕਰਿਓ, ਘਰੇ ਪੀ ਲਿਆ ਕਰੋ। ਪਰ ਮੈਂ ਕੋਸ਼ਿਸ਼ ਕਰਦਾ ਸੀ, ਲੇਕਿਨ ਮੇਰੇ ਹੱਥ ਵੱਸ ਕੁਛ ਨਹੀਂ ਹੈਗਾ ਸੀ। ਮੈਂ ਰੋਜ਼ ਰਾਤ ਨੂੰ ਜਦੋਂ ਪੈਗ ਲਾਉਣਾ ਵਾ, ਇਹੋ ਸੋਚ ਕੇ ਲਾਉਣਾ ਵੀ ਹੁਣ ਸਵੇਰ ਤੋਂ ਨਾ ਮੈਂ ਕਸਮ ਖਾ ਲੈਣੀ, ਸਹੁੰ ਖਾ ਲੈਣੀ ਕਿ ਮੈਂ ਹੁਣ ਸ਼ਰਾਬ ਨਹੀਂ ਪੀਣੀ। ਲੇਕਿਨ ਉਹ ਜਿਹੜੀ ਸਵੇਰ ਹੈਗੀ ਆ ਉਹ ਕਦੀ ਨਹੀਂ ਸੀ ਆਈ। ਮੈਂ 4 ਵਜੇ ਫੇਰ ਸ਼ੁਰੂ ਹੋ ਜਾਂਦਾ ਸੀਗਾ। ਜਦੋਂ ਨੀਂਦ ਖੁੱਲ੍ਹਣੀ ਮੈਂ ਉਦੋਂ ਹੀ ਜਾ ਕੇ ਆਪਣੇ ਟਿਕਾਣੇ ਬਣਾਏ ਹੋਏ ਸੀਗੇ। ਕਿਤੇ ਕਿਚਨ 'ਚ ਰੱਖੀ ਸੀਗੀ, ਕਿਤੇ ਬਾਥਰੂਮ 'ਚ ਰੱਖੀ ਸੀਗੀ, ਕਿਤੇ ਹੋਰ ਜਿੱਥੇ ਵੀ ਗੱਡੀ 'ਚ ਰੱਖੀ ਸੀਗੀ। ਮੈਂ ਜਿੱਥੇ ਮੌਕਾ ਮਿਲਣਾ, ਜਿੱਥੇ ਫੈਮਿਲੀ ਤੋਂ ਲੱਗਣਾ ਕਿ ਹੁਣ ਫੈਮਿਲੀ ਇੱਧਰ ਉੱਧਰ ਹੋ ਗਈ ਆ, ਉਹਨਾਂ ਦਾ ਧਿਆਨ ਇੱਧਰ ਉੱਧਰ ਹੋਇਆ ਅਤੇ ਮੈਂ ਆਪਣਾ ਕਰ ਲੈਣਾ ਵਾ। ਅਤੇ ਉਸ ਦੌਰਾਨ ਮੇਰੇ ਕਈ ਵਾਰੀ ਐਕਸੀਡੈਂਟ ਵਗੈਰਾ ਵੀ ਹੋਏ। ਮੇਰੀ ਫੈਮਿਲੀ ਮੇਰੇ ਨਾਲ ਸੀਗੀ। 2-4 ਛੁੱਟ-ਪੁੱਟ ਹੋਏ, ਮਤਲਬ ਜਿਹਨੂੰ ਮੈਂ ਹਲਕੇ 'ਚ ਲੈ ਲਿਆ ਕਿ ਚਲੋ ਕੋਈ ਗੱਲ ਨਹੀਂ ਹੈਗੀ ਹੈ, ਖਾਧੀ ਪੀਤੀ ਹੈ, ਇੰਨਾ ਕਿਤੇ ਹੋ ਜਾਂਦਾ ਵਾ। ਲੇਕਿਨ ਇੱਕ ਵਾਰੀ ਮੈਂ ਆਪਣੇ ਗਿਆ ਸੀ ਪਿੰਡ, ਹਿਮਾਚਲ ਮੇਰਾ ਪਿੰਡ ਹੈਗਾ, ਉੱਥੇ ਗਿਆ ਸੀ ਆਪਣੀ ਫੈਮਿਲੀ ਦੇ ਨਾਲ। ਅਤੇ ਮੇਰੀ ਸ਼ਰਾਬ ਬਹੁਤ ਜ਼ਿਆਦਾ ਹੋ ਗਈ। ਡਰਾਈਵਿੰਗ ਮੈਂ ਆਪ ਕਰ ਰਿਹਾ ਸੀ ਅਤੇ ਉਹ ਮੈਨੂੰ ਨਹੀਂ ਪਤਾ ਲੱਗਾ ਕਿ ਕਿਸ ਤਰ੍ਹਾਂ ਮੈਂ ਕੋਈ ਵਾਹੀਕਲ ਆਇਆ ਅੱਗੋਂ, ਮੋੜ ਸੀਗਾ ਅਤੇ ਮੈਂ ਬਰੇਕ ਦਾ 'ਤੇ ਪੈਰ ਰੱਖਣਾ ਸੀਗਾ ਅਤੇ ਬਰੇਕ ਲਗਾਉਣੀ ਸੀਗੀ। ਉਹ ਐਕਸੀਲੇਟਰ 'ਤੇ ਪੈਰ ਰੱਖਿਆ ਗਿਆ ਅਤੇ ਉਹ ਮੈਂ ਸਿੱਧਾ ਗੱਡੀ ਦੇ ਵਿੱਚ ਵੱਜਿਆ ਜਾ ਕੇ। ਅਤੇ ਮਤਲਬ ਕੁਦਰਤੀ ਉਹ ਗੱਡੀ ਖਾਈ ਦੇ ਸਾਹਮਣੇ ਬਿਲਕੁਲ ਲੱਗੀ ਸੀ। ਅਗਰ ਗੱਡੀ ਨਹੀਂ ਲੱਗੀ ਹੁੰਦੀ ਤਾਂ ਹੋ ਸਕਦਾ ਆਪਾਂ ਅੱਜ ਇੱਥੇ ਨਹੀਂ ਬੈਠੇ ਹੁੰਦੇ। ਮੈਂ ਤਾਂ ਨਹੀਂ ਬੈਠਾ ਹੁੰਦਾ, ਮੇਰੀ ਫੈਮਿਲੀ ਵੀ ਨਹੀਂ ਹੁੰਦੀ, ਮੇਰੇ ਬੱਚੇ ਵੀ ਨਹੀਂ ਹੁੰਦੇ। ਤੋ ਮੇਰੇ ਉਸ ਦਿਨ ਤੋਂ ਉਸੇ ਟਾਈਮ 'ਤੇ ਮੇਰੇ ਅਤੇ ਬੱਚੇ ਅਤੇ ਮੇਰੀ ਵਾਈਫ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਨਹੀਂ ਜਾਣਾ, ਤੁਸੀਂ ਇਕੱਲਿਆਂ ਜਾਣਾ ਤਾਂ ਜਾਓ, ਅਸੀਂ ਬੱਸ 'ਚ ਆ ਜਾਵਾਂਗੇ। ਅਤੇ ਮੈਂ ਫਿਰ ਵੀ ਨਹੀਂ ਮੰਨਿਆ, ਕਿਉਂਕਿ ਮੈਂ ਬਿਲਕੁਲ ਦਾਰੂ ਦੇ ਪੂਰੇ ਨਸ਼ੇ 'ਚ ਹੈਗਾ ਸੀਗਾ। ਮੈਂ ਕਿਹਾ ਨਹੀਂ, ਕੋਈ ਗੱਲ ਨਹੀਂ ਹੈਗੀ ਹੈ। ਮੈਂ ਫਿਰ ਉਹਨਾਂ ਨੂੰ ਕਨਵਿੰਸ ਕਰਕੇ ਮੈਂ ਧੱਕੇ ਨਾਲ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਅਤੇ ਮੈਂ ਉੱਥੋਂ ਅੰਮ੍ਰਿਤਸਰ ਲੈ ਆਇਆ। ਮੈਂ ਆਪਣੇ ਇਹੋ ਸੋਚ ਕੇ ਕਿ ਨਹੀਂ ਮੈਨੂੰ ਕੁਝ ਨਹੀਂ ਹੋਇਆ ਵਾ, ਮੈਨੂੰ ਇਹ ਤਾਂ ਵੈਸੇ ਹੀ ਹੋ ਗਿਆ, ਮੈਨੂੰ ਕਿਹੜੇ ਚੜ੍ਹੀ ਹੈਗੀ ਹੈ। ਇੱਥੇ ਆ ਕੇ ਵੀ ਮੈਂ ਆਪਣੇ ਆਪ ਨੂੰ ਇਹ ਸੋਚਿਆ ਕਿ ਯਾਰ ਮੈਂ ਉੱਥੋਂ ਗੱਡੀ ਚਲਾ ਕੇ ਲੈ ਹੀ ਆਇਆ। ਹਾਲਾਂਕਿ ਮੈਨੂੰ ਨਹੀਂ ਪਤਾ ਕਿ ਮੈਂ ਕਿਹੜੇ ਰਸਤੇ 'ਚ ਆਇਆ, ਕਿਹੜੇ 'ਚ ਨਹੀਂ ਆਇਆ, ਮੈਨੂੰ ਕੋਈ ਪਤਾ ਨਹੀਂ ਸੀਗਾ। ਅਤੇ ਉਸ ਦਿਨ ਹੀ ਰਾਤ ਨੂੰ ਮੇਰੀ ਵਾਈਫ ਨੇ ਇਸ ਤਰ੍ਹਾਂ ਹੀ ਸਰਚ ਕੀਤਾ ਕਿ ਆਪਾਂ ਟਰੀਟਮੈਂਟ ਮੈਂ ਪਹਿਲਾਂ ਵੀ ਲਿਆ ਸੀ ਇੱਕ ਜਗ੍ਹਾ ਤੋਂ, ਲੇਕਿਨ ਉਹ ਬਸ 6 ਮਹੀਨੇ ਬਾਅਦ ਦਵਾਈ ਮੈਂ ਖਾਂਦਾ ਰਿਹਾ। ਉੱਥੇ ਮੀਟਿੰਗ ਦਾ ਕੋਈ ਸਿਸਟਮ ਨਹੀਂ ਹੈਗਾ ਸੀਗਾ। ਮੈਡੀਸਨ ਦਿੰਦੇ ਸੀ ਹਫ਼ਤੇ ਬਾਅਦ, 10 ਦਿਨ ਬਾਅਦ ਮੈਡੀਸਨ ਦੇ ਕੇ ਅਤੇ ਮੈਂ ਮੈਡੀਸਨ ਵੀ ਖਾਈ ਜਾਣੀ ਅਤੇ ਨਾਲ ਆਪਣਾ ਪੈਗ ਵੀ ਲਗਾਈ ਜਾਣਾ। ਉਹ 6 ਮਹੀਨੇ ਬਾਅਦ ਜਿਹੜਾ ਹੈਗਾ ਉਹ ਫਿਰ ਮੇਰਾ ਸਮਝੋ ਰਿਲੈਪਸ ਹੋ ਗਿਆ। ਅਤੇ ਫਿਰ ਮੇਰੀ ਵਾਈਫ ਨੇ ਇੱਥੇ ਨਾ ਐਕਚੁਅਲੀ ਮੇਰੇ ਫਾਦਰ ਇਨ ਲਾ ਦਾ ਟਰੀਟਮੈਂਟ ਹੋਇਆ ਸੀਗਾ ਅਤੇ ਇਹਨਾਂ ਨੂੰ ਚੇਤੇ ਆਇਆ ਕਿ ਇੱਥੇ ਨਾ ਭਾਟੀਆ ਹੋਸਪਿਟਲ ਜਿਹੜਾ ਹੈਗਾ ਆਪਾਂ ਉੱਥੇ ਜਾਂਦੇ ਹਾਂ। ਅਤੇ ਮੈਂ ਕਿਹਾ ਠੀਕ ਹੈ, ਮੈਂ ਜਾਣ ਨੂੰ ਤਿਆਰ ਹੈਗਾ। ਮੈਂ ਆ ਗਿਆ। ਮੈਂ ਚਾਹੁੰਦਾ ਸੀਗਾ ਮੈਂ ਅੰਦਰੋਂ ਕਿ ਮੈਂ ਠੀਕ ਹੋਵਾਂ, ਮੈਂ ਇਸ ਜਿਹੜੀ ਹੈਗੀ ਹੈ ਸ਼ਰਾਬ ਦੀ ਲੱਤ ਤੋਂ ਬਾਹਰ ਆਵਾਂ, ਲੇਕਿਨ ਮੇਰੇ ਵੱਸ 'ਚ ਨਹੀਂ ਹੈਗਾ ਸੀਗਾ। ਕਿਉਂਕਿ ਜਦੋਂ ਮੈਂ ਨਹੀਂ ਪੀਂਦਾ ਸੀ ਉਦੋਂ ਮੇਰੇ ਕੋਲ ਨਾ ਤਾਂ ਖਲੋਇਆ ਜਾਂਦਾ ਸੀਗਾ ਅਤੇ ਨਾ ਬੋਲਿਆ ਜਾਂਦਾ ਸੀਗਾ। ਅਤੇ ਫਿਰ ਮੈਨੂੰ ਜਿਸ ਤਰ੍ਹਾਂ ਤੁਹਾਨੂੰ ਤਾਰੀਖ ਯਾਦ ਹੈ, ਮੈਨੂੰ ਵੀ ਤਰੀਕ ਯਾਦ ਹੈਗੀ ਹੈ। ਮੈਂ 4 ਜੁਲਾਈ 2019 ਨੂੰ ਮੈਂ ਇੱਥੇ ਆਇਆ ਸੀਗਾ। ਅਸੀਂ ਸਵੇਰੇ ਇੱਥੇ ਆਏ ਅਤੇ ਸਾਡੀ ਅਪੁਆਇੰਟਮੈਂਟ ਹੋਈ, ਸ਼ਵੇਤਾ ਮੈਮ ਨਾਲ ਸਾਡੀ ਕਾਉਂਸਲਿੰਗ ਕੀਤੀ ਅਤੇ ਉਸ ਤੋਂ ਬਾਅਦ ਅਸੀਂ ਡਾਕਟਰ ਸਾਹਿਬ ਨੂੰ ਮਿਲੇ ਅਤੇ ਸ਼ਵੇਤਾ ਮੈਮ ਨੇ ਕਿਹਾ ਵੀ ਤੁਹਾਨੂੰ ਐਡਮਿਟ ਹੋਣਾ ਪੈਣਾ ਵਾ। ਅਤੇ ਮੈਂ ਪੁੱਛਿਆ, ਮੈਂ ਕਿਹਾ ਵੀ ਐਡਮਿਟ ਹੋ ਜਾਂਦੇ ਹਾਂ, ਪਰ ਕਿੰਨੇ ਦਿਨ ਲੱਗਣਗੇ? ਅਤੇ ਉਹਨਾਂ ਨੇ ਕਿਹਾ ਵੀ ਘੱਟ ਤੋਂ ਘੱਟ ਜਿਹੜੇ ਗਏ ਆ ਹਫ਼ਤਾ ਤਾਂ ਲੱਗੂਗਾ ਠੀਕ ਹੋਣ 'ਤੇ। ਮਤਲਬ ਕਿ ਇਹ ਉਹਨਾਂ ਨੂੰ ਪਤਾ ਹੈਗਾ ਸੀ, ਡਾਕਟਰ ਸਾਹਿਬ ਨੂੰ ਪਤਾ ਸੀਗਾ, ਸ਼ਵੇਤਾ ਮੈਮ ਨੂੰ ਪਤਾ ਸੀਗਾ ਕਿ ਇਹਨਾਂ ਨੂੰ ਇਹ ਇੱਕ ਬਿਮਾਰੀ ਹੈਗੀ ਹੈ, ਲੇਕਿਨ ਮੈਨੂੰ ਨਹੀਂ ਪਤਾ ਸੀਗਾ ਕਿ ਮੈਨੂੰ ਇਹ ਬਿਮਾਰੀ ਹੈ। ਮੈਨੂੰ ਸਿਰਫ ਇਹ ਲੱਗਦਾ ਹੈ ਕਿ ਮੈਨੂੰ ਸ਼ਰਾਬ ਦੀ ਆਦਤ ਹੈਗੀ ਹੈ, ਮੈਂ ਮੈਡੀਸਨ ਖਾਵਾਂਗਾ ਅਤੇ ਮੈਂ ਠੀਕ ਹੋ ਜਾਵਾਂਗਾ, ਮੇਰੀ ਦਾਰੂ ਛੁੱਟ ਜਾਏਗੀ। ਉਹਨਾਂ ਨੇ ਕਿਹਾ ਕਿ ਤੁਸੀਂ ਕੱਲ੍ਹ ਆ ਜਾਓ ਅਤੇ ਐਡਮਿਟ ਹੋ ਜਾਓ। ਅਸੀਂ ਵਾਪਸ ਚੱਲ ਗਏ ਉਸੇ ਦਿਨ। ਕੱਲ੍ਹ ਦੂਜੇ ਦਿਨ ਅਸੀਂ ਬੈਗ ਪੈਕ ਕੀਤਾ ਅਤੇ ਅਸੀਂ ਹੋਸਪਿਟਲ ਆ ਗਏ ਜੀ, ਅਸੀਂ ਐਡਮਿਟ ਹੋ ਗਏ।
ਸਾਡੇ ਘਰ ਹੋਰ ਕੋਈ ਨਹੀਂ ਸੀਗਾ, ਅਸੀਂ ਦੋਨੋਂ ਜੋਬ ਕਰਦੇ ਹੈਗੇ। ਅਸੀਂ ਬੱਚਿਆਂ ਨੂੰ ਵੀ ਨਾਲ ਹੀ ਲਿਆਏ। ਜਿੰਨੇ ਦਿਨ ਵੀ 4-5 ਦਿਨ ਰਹੇ ਇੱਥੇ, ਸਾਡੇ ਬੱਚੇ ਨਾਲ ਇੱਥੇ ਹੀ ਰਹੇ, ਇੱਥੋਂ ਹੀ ਸਕੂਲ ਜਾਂਦੇ ਰਹੇ। ਅਤੇ ਹੌਲੇ ਹੌਲੇ ਫਿਰ ਇੱਥੇ ਮੀਟਿੰਗਾਂ 'ਚ ਜਦੋਂ ਮੈਂ ਨਹੀਂ ਆਉਂਦਾ ਸੀਗਾ ਮੀਟਿੰਗ 'ਚ, ਮੈਂ ਇਹਨਾਂ ਨੂੰ ਕਹਿਣਾ ਵੀ ਤੁਸੀਂ ਮੀਟਿੰਗ 'ਚ ਤੁਸੀਂ ਜਾਓ, ਮੈਂ ਨਹੀਂ ਜਾਣਾ, ਮੇਰੇ ਕੋਲ ਨਹੀਂ ਬੈਠਾ ਜਾਂਦਾ ਉੱਥੇ, ਨਾ ਹੀ ਮੇਰੇ ਕੋਲ ਸੁਣਿਆ ਜਾਂਦਾ ਵਾ। ਇਹ ਰੋਜ਼ ਰੋਜ਼ ਇੱਕੋ ਗੱਲਾਂ ਕਰਦੇ ਹੈਗੇ ਅਤੇ ਮੈਨੂੰ ਨਹੀਂ ਸਮਝ ਆਉਂਦੀਆਂ ਵਾ। ਵੇਖੋ ਸ਼ਰਾਬ ਦੀ ਗੱਲ ਕਰੀ ਜਾਣੀ, ਸ਼ਰਾਬ ਦੀ। ਅਤੇ ਉਹ ਮੈਨੂੰ ਉਦੋਂ ਨਹੀਂ ਕੋਈ ਸਮਝ ਆਈ। ਉਸ ਤੋਂ ਬਾਅਦ ਹਫ਼ਤੇ ਦਿਨ 10 ਦਿਨ ਜਦੋਂ ਮੈਂ ਇੱਥੇ ਥੋੜ੍ਹਾ ਬਹੁਤ ਬੈਠਣਾ ਸ਼ੁਰੂ ਕੀਤਾ, ਅਤੇ ਉਦੋਂ ਵਾਲੀਆ ਸਾਹਿਬ ਆਉਂਦੇ ਹੁੰਦੇ ਸੀਗੇ। ਉਹਨਾਂ ਨੇ ਦਿਨ ਦੀ ਮੀਟਿੰਗ ਜਿਹੜੀ ਹੈਗੀ ਆ ਉਹ ਲੈਂਦੇ ਹੁੰਦੇ ਸੀ। ਅਤੇ ਉਹ ਵਾਲੀਆ ਸਾਹਿਬ ਦੀ ਮੀਟਿੰਗ ਜਦੋਂ ਸੁਣੀ ਨਾ, ਉਹ ਫਿਰ ਮੈਨੂੰ ਮਤਲਬ ਕਿ ਉਹਨਾਂ ਦੀਆਂ ਜੋ ਗੱਲਾਂ ਉਹਨਾਂ ਨੇ ਜਿਹੜੀਆਂ ਦੱਸੀਆਂ ਆਪਣੇ ਬਾਰੇ, ਉੱਥੋਂ ਮੈਨੂੰ ਹੋਪ ਹੋਈ ਕਿ ਯਾਰ ਜੇ ਵਾਲੀਆ ਸਾਹਿਬ ਠੀਕ ਹੋ ਸਕਦੇ ਆ ਅਤੇ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਅਸੀਂ ਵੀ ਠੀਕ ਹੋ ਸਕਦੇ ਆ। ਕਿਉਂਕਿ ਉਹਨਾਂ ਦੀ ਜੋ ਸਿਚੁਏਸ਼ਨ, ਜੋ ਉਹਨਾਂ ਨੇ ਇੱਕ ਬੁੱਕ ਲਿਖੀ ਸੀਗੀ, ਉਹਦੇ 'ਚ ਜੋ ਕੁਛ ਉਹਨਾਂ ਨੇ ਦੱਸਿਆ ਸੀਗਾ, ਉਹ ਬਹੁਤ ਹੀ ਮਤਲਬ ਕਿ ਮੈਨੂੰ ਇਹ ਲੱਗਾ ਕਿ ਯਾਰ ਇਹ ਸਿਚੁਏਸ਼ਨ ਵੀ ਆ ਸਕਦੀ ਹੈ। ਔਰ ਮੇਰੇ 'ਤੇ ਹੈਗੀ ਸੀਗੀ, ਲੇਕਿਨ ਮੈਂ ਉਹਨੂੰ ਐਕਸੈਪਟ ਨਹੀਂ ਕਰਦਾ ਸੀਗਾ। ਮੈਂ ਕਹਿੰਦਾ ਸੀ ਕਿ ਨਹੀਂ ਆ, ਆਪਣੇ ਨਾਲ ਨਹੀਂ ਹੋ ਸਕਦਾ। ਅਸੀਂ ਤਾਂ ਠੀਕ ਹੈਗੇ ਆ, ਚੰਗੇ ਭਲੇ ਅਸੀਂ ਪੀ ਕੇ ਅਤੇ ਅਸੀਂ ਡਰਾਈਵਿੰਗ ਵੀ ਕਰ ਲੈਂਦੇ ਹਾਂ, ਘਰ ਦਾ ਕੰਮ ਵੀ ਭੱਜ ਕੇ ਕਰਦੇ ਆ, ਸਾਰਾ ਕੁਛ ਕਰਦੇ ਆ। ਲੇਕਿਨ ਜਦੋਂ ਫਿਰ ਇੱਥੇ ਹੌਲੇ ਹੌਲੇ ਬੈਠਣਾ ਸ਼ੁਰੂ ਕੀਤਾ, ਮੇਰੀ ਵਾਈਫ ਦਾ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕੰਟਰੀਬਿਊਸ਼ਨ ਹੈਗਾ ਉਹ ਇਹਨਾਂ ਦਾ ਹੈਗਾ। ਹਾਲਾਂਕਿ ਮੇਰੀ ਫੈਮਿਲੀ, ਮੇਰੇ ਮਦਰ ਨਹੀਂ ਸੀ ਇੱਥੇ, ਇਕੱਲੀ ਮੇਰੀ ਵਾਈਫ ਸੀਗੀ ਇੱਥੇ। ਇਹਨਾਂ ਨੇ ਇੱਥੇ ਆਉਣਾ ਨਹੀਂ ਛੱਡਿਆ। ਹਾਲਾਂਕਿ ਹੁਣ ਵੀ ਕੋਈ ਮਤਲਬ ਕਿ ਨਾਗਾ ਨਹੀਂ ਪਾਉਂਦੇ ਆਉਣ ਦਾ। ਅਤੇ ਉਦੋਂ ਵੀ ਇਹਨਾਂ ਨੇ ਪੂਰੀ ਸਪੋਰਟ ਕੀਤੀ ਹੈ ਮੈਨੂੰ, ਮਤਲਬ ਬਿਮਾਰੀ 'ਚੋਂ ਬਾਹਰ ਲਿਆਉਣ ਲਈ। ਇੱਥੇ ਮੀਟਿੰਗਾਂ 'ਚ ਬੈਠ ਕੇ ਫਿਰ ਸਾਨੂੰ ਪਤਾ ਲੱਗਾ ਕਿ ਇਹ ਇੱਕ ਬਿਮਾਰੀ ਹੈਗੀ ਹੈ, ਔਰ ਇਹ ਇੱਕ ਦਿਮਾਗੀ ਬਿਮਾਰੀ ਹੈ ਜਿਹਦਾ ਕਿ ਇਲਾਜ ਹੋ ਸਕਦਾ ਹੈ। ਮੈਨੂੰ ਨਸ਼ੇ ਦੀ ਪ੍ਰੋਬਲਮ ਨਹੀਂ ਹੈਗੀ ਹੈ। ਮੇਰੇ ਅੰਦਰ ਜਿਹੜੀ ਬਿਮਾਰੀ ਹੈ, ਜਾਂ ਮੇਰੇ ਜਿਹੜੇ ਕਰੈਕਟਰ ਫਲॉज ਹੈਗੇ ਆ, ਜਿਨ੍ਹਾਂ 'ਤੇ ਮੈਨੂੰ ਕੰਮ ਕਰਨ ਦੀ ਲੋੜ ਹੈਗੀ ਹੈ, ਜਿਹੜਾ ਕਿ ਮੈਂ ਮੀਟਿੰਗ 'ਚ ਬਹਿ ਕੇ ਸਿੱਖਿਆ ਜਾਂ ਸੁਣਿਆ ਵਾ, ਮੈਨੂੰ ਆਪ ਨੂੰ ਕੁਛ ਨਹੀਂ ਸੀ ਪਤਾ। ਇੱਥੇ ਬੈਠੇ ਹੀ ਇਹ 3-4 ਸਾਲ ਹੋ ਗਏ ਹੈ ਕਿ ਇੱਥੇ ਹਰ ਰੋਜ਼ ਆਉਂਦੇ ਹੈ, ਕੋਈ ਨਾ ਕੋਈ ਨਵੀਂ ਚੀਜ਼ ਸਿੱਖ ਕੇ ਜਾਂਦੇ ਅਤੇ ਆਪਣੇ ਘਰ ਅਪਲਾਈ ਕਰਦੇ ਹੈਗੇ, ਅਤੇ ਜ਼ਿੰਦਗੀ ਸੌਖੀ ਲੰਘ ਰਹੀ ਹੈ। ਆਪਣੇ ਇੱਕ ਟਾਈਮ ਹੈਗਾ ਸੀਗਾ, ਮੈਂ ਆਪਣੀ ਵਾਈਫ ਨੂੰ ਕਹਿ ਦਿੱਤਾ ਸੀ ਮੇਰੇ ਕੋਲ ਨੌਕਰੀ ਨਹੀਂ ਹੋ ਸਕਦੀ ਅਤੇ ਮੈਂ ਛੱਡ ਦੇਣੀ ਹੈ ਨੌਕਰੀ। ਅਤੇ ਹੁਣ ਮੈਂ ਅੱਛੀ ਵਧੀਆ, ਮੇਰੀ ਇੱਥੋਂ ਟਰਾਂਸਫਰ ਵੀ ਹੋ ਗਈ ਹੈ। ਮੈਂ ਜਲੰਧਰ ਡੇਲੀ ਅਪ ਡਾਊਨ ਕਰਦਾ ਹੈ, ਅਤੇ ਡਿਊਟੀ ਵੀ ਬੜੀ ਵਧੀਆ ਚੱਲ ਰਹੀ ਹੈ, ਅਤੇ ਹੈਲਥ ਵੀ ਠੀਕ ਹੈਗੀ ਹੈ। ਮੈਡੀਸਨ ਜਿਸ ਤਰ੍ਹਾਂ ਡਾਕਟਰ ਸਾਹਿਬ ਕਹਿੰਦੇ ਉਸ ਤਰ੍ਹਾਂ ਖਾਈ ਜਾਂਦੇ ਹੈ। ਕਦੀ ਨਾ ਨਹੀਂ ਕੀਤੀ ਮੈਡੀਸਨ ਨੂੰ ਕਿ ਨਹੀਂ ਖਾਣੀ ਹੈ। ਹੁਣ ਆਪਣੀ ਜ਼ਿੰਮੇਵਾਰੀ ਆਪ ਲੈ ਲਈ ਹੈ। ਘਰਦਿਆਂ ਨੂੰ ਵੀ ਨਹੀਂ ਕਹੀਦਾ ਕਿ ਤੁਸੀਂ ਮੈਨੂੰ ਮੈਡੀਸਨ ਦੇ ਦਿਓ ਜਾਂ ਮੈਂ ਮੈਡੀਸਨ ਖਾਣੀ ਹੈ। ਆਪਣੇ ਟਾਈਮ 'ਤੇ ਆਪਣੀ ਮੈਡੀਸਨ ਆਪ ਖਾ ਲਈ ਦੀ ਹੈ, ਅਤੇ ਰੂਟੀਨ 'ਚ ਰਹੀਦਾ ਵਾ। ਬਸ ਇਹ ਲਾਈਫ ਹੈਗੀ ਹੈ, ਅੱਛੀ ਲਾਈਫ ਚੱਲ ਰਹੀ ਹੈ, ਵਧੀਆ। ਬੱਚੇ ਵੀ ਖੁਸ਼ ਹੈਗੇ ਆ, ਫੈਮਿਲੀ ਵੀ ਖੁਸ਼ ਹੈਗੀ ਹੈ, ਵਾਈਫ ਵੀ ਖੁਸ਼ ਹੈਗੀ ਹੈ। ਸੋ ਲਾਈਫ ਵਧੀਆ ਚੱਲ ਰਹੀ ਹੈ। ਜੀ ਤੁਹਾਡੇ ਖਿਆਲ ਨਾਲ ਬੱਚਿਆਂ 'ਤੇ ਕਿੰਨਾ ਕੁ ਅਸਰ ਪੈਂਦਾ ਇਸ ਬਿਮਾਰੀ ਦਾ? ਬੱਚਿਆਂ 'ਤੇ ਸਾਰਾ ਅਸਰ ਦੇਖੋ, ਜਦੋਂ ਮੈਂ ਡਰਿੰਕ ਕਰਦਾ ਸੀਗਾ ਅਸਰ ਉਦੋਂ ਵੀ ਪੈਂਦਾ ਸੀਗਾ, ਉਦੋਂ ਮਾੜਾ ਅਸਰ ਪੈਂਦਾ ਸੀਗਾ। ਕਿਉਂਕਿ ਬੱਚੇ ਵੀ ਫੀਲ ਕਰਦੇ ਸੀ। ਕਈ ਵਾਰੀ ਮੈਂ ਬੱਚਿਆਂ ਦੇ ਸਕੂਲ ਚਲ ਜਾਣਾ, PT ਮੀਟ 'ਤੇ ਚਲ ਜਾਣਾ, ਅਤੇ ਉੱਥੇ ਮੇਰੀ ਬੇਟਾ ਤਾਂ ਛੋਟਾ ਸੀਗਾ, ਬੇਟੀ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਪਾਪਾ, ਕਿਉਂਕਿ ਮੈਂ ਦਿਨਾਂ ਹੀ ਜਾਣਾ ਅਤੇ PT ਮੀਟ 'ਤੇ ਦੇਣਾ ਹੀ ਹੈ, ਅਤੇ ਮੈਂ ਦਿਨਾਂ ਹੀ ਪੀਤੀ ਹੁੰਦੀ ਸੀਗੀ। ਅਤੇ ਉਹ ਕਈ ਵਾਰੀ ਮੇਰੀ ਬੇਟੀ ਕਹਿੰਦੀ ਹੁੰਦੀ ਸੀਗੀ ਕਿ ਪਾਪਾ ਮੈਨੂੰ ਅੱਛਾ ਨਹੀਂ ਲੱਗਦਾ ਹੈ ਕਿ ਤੁਸੀਂ ਇਸ ਤਰ੍ਹਾਂ ਡਰਿੰਕ ਕਰਕੇ ਆਉਂਦੇ ਹੋ। ਬਟ ਮੈਂ ਉਦੋਂ ਉਸ ਚੀਜ਼ ਨੂੰ, ਮੈਨੂੰ ਨਹੀਂ ਸੀ ਪਤਾ, ਅਤੇ ਮੈਂ ਤਾਂ ਰਹਿ ਹੀ ਨਹੀਂ ਸਕਦਾ ਸੀਗਾ, ਅਤੇ ਮੈਂ ਕਰਨਾ ਕੀ ਸੀ ਉਹਦੇ 'ਚ। ਅਤੇ ਬੱਚਿਆਂ 'ਤੇ ਉਹਦਾ ਵੀ ਮਾੜਾ ਅਸਰ ਪੈਂਦਾ, ਅਤੇ ਹੁਣ ਜਦੋਂ ਅਸੀਂ ਰਿਕਵਰੀ 'ਚ ਹੈਗੇ ਆ ਅਤੇ ਉਹਦਾ ਚੰਗਾ ਅਸਰ ਪੈ ਰਿਹਾ। ਬੱਚੇ ਵੀ ਆਉਂਦੇ ਇੱਥੇ, ਉਹ ਵੀ ਕੁਛ ਸਿੱਖ ਕੇ ਜਾਂਦੇ ਆ, ਅਤੇ ਨੈਚੁਰਲੀ ਹੈ। ਅਗਰ ਗੁੱਡ ਇਫੈਕਟ ਹੈਗਾ, ਬੈਡ ਇਫੈਕਟ ਹੈਗਾ, ਦੋਨੋਂ ਹੀ ਪੈਂਦੇ ਆ। ਜੇ ਅਸੀਂ ਅੱਛਾ ਕੰਮ ਕਰਾਂਗੇ ਤਾਂ ਉਹ ਨੈਚੁਰਲੀ ਬੱਚਿਆਂ 'ਤੇ ਅੱਛਾ ਹੀ ਅਸਰ ਪਏਗਾ। ਹਾਂਜੀ, ਫੈਮਿਲੀ ਦਾ ਕੀ ਰੋਲ ਹੈ ਜੀ? ਇਹਨਾਂ ਨੇ ਸ਼ਰਾਬ ਪੀਤੀ, ਇਹਨਾਂ ਨੇ ਛੱਡਤੀ, ਫੈਮਿਲੀ ਇੰਟਰਵੈਂਸ਼ਨ ਦੀ ਕੀ ਇੰਪੋਰਟੈਂਸ ਹੈ? ਨਮਸਤੇ, ਮੇਰਾ ਨਾਮ ਨੀਰੂ ਹੈ। ਫੈਮਿਲੀ ਦਾ ਹੀ ਕੰਮ ਹੈ ਸਾਰਾ, ਮੇਰੇ ਖਿਆਲ 'ਚ 100% ਫੈਮਿਲੀ ਦਾ ਹੀ ਕੰਮ ਹੈ। ਮੈਂ ਫੈਮਿਲੀ ਦੇ ਪਰਸਪੈਕਟਿਵ ਨਾਲ ਹੀ ਕਹੂੰਗੀ, ਪੇਸ਼ੈਂਟ ਦੇ ਪਰਸਪੈਕਟਿਵ ਨਾਲ ਨਹੀਂ।
ਕਿਉਂਕਿ ਪੇਸ਼ੈਂਟ ਮਤਲਬ ਜੋ ਮੈਂ ਸਿੱਖਿਆ ਇੱਥੇ ਆ ਕੇ, ਮੈਂ ਸਭ ਤੋਂ ਪਹਿਲੇ ਤਾਂ ਇਹ ਚੀਜ਼ ਸਿੱਖੀ ਕਿ ਜਾਣਬੁੱਝ ਕੇ ਨਹੀਂ ਕਰਦਾ ਸਾਡਾ ਪੇਸ਼ੈਂਟ। ਇੱਕ ਮਤਲਬ ਉਹਦੇ ਵੱਸ 'ਚ ਨਹੀਂ ਹੁੰਦਾ। ਸਾਨੂੰ ਲੱਗਦਾ ਕਿ ਜਿਸ ਤਰ੍ਹਾਂ ਇਹ ਕਹਿ ਰਹੇ ਆ ਕਿ ਮੈਂ ਇਹ ਸਾਰੇ ਕੰਮ ਦੌੜ ਦੌੜ ਕੇ ਕਰਦਾ ਸੀ, ਮੈਨੂੰ ਵੀ ਲੱਗਦਾ ਸੀਗਾ ਕਿ ਇਹ ਸਾਰੇ ਕੰਮ ਤਾਂ ਕਰ ਲੈਂਦੇ, ਫਿਰ ਸ਼ਰਾਬ ਕਿਉਂ ਨਹੀਂ ਛੱਡ ਸਕਦੇ, ਹੋਰ ਸਾਰੀ ਜ਼ਿੰਮੇਵਾਰੀਆਂ ਨਿਭਾਉਂਦੇ, ਇਸ ਮਾਮਲੇ 'ਚ ਕਿਉਂ ਇਸ ਐਕਚੁਅਲੀ ਇਹ ਬੇਬਸ ਸੀਗੇ। ਇਹਨਾਂ ਨੂੰ ਬਿਮਾਰੀ ਸੀਗੀ, ਬਿਮਾਰੀ ਹੈ, ਇਸ ਲਈ ਇਹ ਬੇਬਸੀ ਸੀਗੀ। ਪਹਿਲੇ ਤਾਂ ਇਹ ਚੀਜ਼ ਸਮਝੀ ਮੈਂ ਇੱਥੇ ਆ ਕੇ। ਦੂਸਰੀ ਚੀਜ਼ ਜਿਹੜੀ ਮੈਂ ਸਮਝੀ ਉਹ ਇਹ ਹੈ ਕਿ ਸਰ ਨੇ ਜਿਸ ਤਰ੍ਹਾਂ ਕਿਹਾ ਮੈਂ ਉਸ ਤਰ੍ਹਾਂ ਕੀਤਾ। 1 ਸਾਲ ਤੱਕ ਅਸੀਂ ਆਪਣੇ ਘਰ ਨਹੀਂ ਗਏ, 1.5 ਸਾਲ ਤੱਕ। ਆਪਣੀ ਮਦਰ ਇਨ ਲਾ ਨੂੰ ਮੈਂ ਉੱਥੇ ਛੱਡਿਆ ਸੀਗਾ ਕਿ ਮੈਨੂੰ ਪਤਾ ਸੀ ਉਹਨਾਂ ਦੀ ਕਪੈਸਿਟੀ ਨਹੀਂ ਹੈਗੀ ਕਿ ਉਹ ਇਹ ਸਾਰਾ ਕੁਝ ਝੱਲ ਸਕਣ। ਅਤੇ 1.5 ਸਾਲ ਅਸੀਂ ਆਪਣੇ ਘਰ ਨਹੀਂ ਗਏ, ਕਿਤੇ ਨਹੀਂ ਗਏ, ਮਤਲਬ ਵੀ ਸਿਰਫ ਹੌਸਪੀਟਲ 'ਤੇ ਘਰ, ਹੌਸਪੀਟਲ 'ਤੇ ਘਰ, ਹੌਸਪੀਟਲ 'ਤੇ ਘਰ, ਫੋਲੋ ਅਪ 'ਤੇ ਘਰ, ਫੋਲੋ ਅਪ 'ਤੇ ਘਰ। ਇਸ ਤੋਂ ਇਲਾਵਾ ਹੋਰ ਸਾਡੀ ਲਾਈਫ 'ਚ ਕੁਛ ਨਹੀਂ ਸੀ। ਉਸ ਦੌਰਾਨ ਜਿਹੜੇ ਵੀ ਵਿਆਹ ਸ਼ਾਦੀ ਦੁੱਖ ਸੁੱਖ ਆਏ, ਸ਼ਾਇਦ ਕੁਛ ਰਿਸ਼ਤੇ ਨਾਰਾਜ਼ ਵੀ ਨੇ, ਅੱਜ ਨਾਰਾਜ਼ ਰਹਿਣ ਕੋਈ ਗੱਲ ਨਹੀਂ, ਪਰ ਮਤਲਬ ਅਸੀਂ ਛੱਡ ਦਿੱਤਾ ਉਹ ਸਾਰਾ ਕੁਛ, ਕਿਉਂਕਿ ਇਹਨਾਂ ਦੀ ਲਾਈਫ ਜ਼ਿਆਦਾ ਇੰਪੋਰਟੈਂਟ ਹੈ। ਮੈਂ ਖੁਦ ਇਹ ਲਾਈਫ ਹੰਡਾਈ ਹੋਈ ਹੈ ਆਪਣੇ ਫਾਦਰ ਕਰਕੇ, ਇਸ ਕਰਕੇ ਮੈਂ ਆਪਣੇ ਬੱਚਿਆਂ ਨੂੰ ਲਾਈਫ ਅਫੋਰਡ ਨਹੀਂ ਕਰ ਸਕਦੀ ਸੀ। ਸੋ ਮੈਨੂੰ ਜਿਸ ਤਰ੍ਹਾਂ ਇੱਥੋਂ ਸਿੱਖਣ ਨੂੰ ਮਿਲਿਆ, ਇੱਥੋਂ ਸਿੱਖਣ ਲਈ ਮਤਲਬ ਕਈ ਐਗਜ਼ਾਮਪਲਸ ਹੈਗੀਆਂ ਨੇ। ਮੈਂ ਦੱਸ ਸਕਦੀ ਹਾਂ, ਗੁਰਪ੍ਰੀਤ ਦੇ ਪਾਪਾ ਮੇਰੇ ਸਾਹਮਣੇ ਬੈਠੇ, ਮੇਰੇ ਲਈ ਬਹੁਤ ਵੱਡੀ ਐਗਜ਼ਾਮਪਲ ਨੇ। ਇਸ ਤੋਂ ਇਲਾਵਾ ਹੋਰ ਇੱਧਰ ਬੈਠੇ ਹੈ, ਕਈ ਜਣੇ ਬੈਠੇ ਹੈ ਜਿਨ੍ਹਾਂ ਤੋਂ ਸਿੱਖ ਸਕਦੇ ਹਾਂ। ਫਿਰ ਉਹ ਜੇ ਕਰ ਸਕਦੇ ਤਾਂ ਮੈਂ ਵੀ ਕਰ ਸਕਦੀ ਹਾਂ। ਮੈਂ ਇਹ ਸੋਚ ਕੇ ਅੱਗੇ ਵੱਧਦੀ ਰਹੀ ਕਿ ਇਹਨਾਂ ਨੇ ਜੇ ਆਪਣੇ ਬੰਦੇ ਨੂੰ, ਆਪਣੇ ਲਵਡ ਵਨ ਨੂੰ ਬਚਾਇਆ ਤਾਂ ਮੈਂ ਵੀ ਬਚਾ ਸਕਦੀ ਹਾਂ। ਇਹ ਸਿੱਖਿਆ ਦੂਸਰੀ ਚੀਜ਼। ਤੀਸਰੀ ਚੀਜ਼, ਸਰ ਦੇ ਕਦੀ ਟਰੀਟਮੈਂਟ 'ਚ ਕਿੰਤੂ ਪਰੰਤੂ ਨਹੀਂ ਕੀਤਾ ਮੈਂ। ਹਰ ਫੀਡਬੈਕ, ਹਰ ਤਰ੍ਹਾਂ ਦਾ ਉਹਨਾਂ ਨੂੰ ਫੀਡਬੈਕ ਦਿੱਤਾ ਕਿ ਇਹ ਸਿਚੁਏਸ਼ਨ ਹੈ, ਬਿਹੇਵੀਅਰ ਇਸ਼ੂਜ਼ ਇਹ ਚੱਲ ਰਹੇ ਹੈ। ਸਰ ਨੇ ਜਿਸ ਤਰ੍ਹਾਂ ਕਿਹਾ, ਜਿਸ ਤਰ੍ਹਾਂ ਮੈਡੀਸਨ, ਮਤਲਬ ਸਰ ਆਪ ਕਈ ਵਾਰੀ ਕਹਿੰਦੇ ਹੁੰਦੇ ਸੀ ਕਿ ਮੈਂ ਤੁਹਾਡੀ ਮੈਡੀਸਨ ਨਾ ਘਟਾ ਰਿਹਾ ਜਾਂ ਵਧਾ ਰਿਹਾ। ਅਸੀਂ ਕਹਿੰਦੇ ਸਰ ਠੀਕ ਹੈ, ਓਕੇ, ਤੁਸੀਂ ਜੋ ਕੀਤਾ ਉਹ ਵਧੀਆ ਕੀਤਾ, ਕੋਈ ਇਹਦੇ 'ਚ ਆਪਾਂ ਨੂੰ ਐਕਸਪਲੇਨ ਕਰਨ ਦੀ ਤੁਹਾਨੂੰ ਲੋੜ ਨਹੀਂ ਹੈਗੀ ਹੈ ਕਿ ਤੁਸੀਂ ਮੈਡੀਸਨ ਘਟਾ ਰਹੇ ਹੋ ਕਿ ਵਧਾ ਰਹੇ ਹੋ। ਚੌਥੀ ਚੀਜ਼ ਮੈਂ ਇੱਕ ਜਿਹੜੀ ਸਿੱਖੀ ਇੱਥੇ, ਉਹ ਇਹ ਸਿੱਖੀ ਕਿ ਜਿਹੜੇ ਫੈਮਿਲੀ ਦੇ ਅੰਦਰ ਕਰੈਕਟਰ ਫਲॉज ਹੈਗੇ ਹੈ ਨਾ, ਮਤਲਬ ਮੈਂ ਐਜ਼ ਏ ਵਾਈਫ ਦੇਖਾਂ ਤਾਂ ਮੇਰੇ ਅੰਦਰ ਬਹੁਤ ਸਾਰੀਆਂ ਕਮਜ਼ੋਰੀਆਂ ਨੇ, ਅਜੇ ਵੀ ਬਹੁਤ ਸਾਰੀਆਂ ਕਮਜ਼ੋਰੀਆਂ ਜਿਨ੍ਹਾਂ 'ਤੇ ਕੰਮ ਕਰਨ ਦੀ ਲੋੜ ਹੈਗੀ ਹੈ। ਸੋਚਦੀ ਹਾਂ ਕਰਾਂ, ਉਹੀ ਗੱਲ ਕਿ ਹਿਊਮਨ ਬ੍ਰੇਨ ਹੈ ਨਾ, ਹਾਰ ਜੀਦਾ ਕਈ ਵਾਰੀ ਉਹਦੇ ਤੋਂ, ਕਰਦੇ ਫਿਰ ਡਿੱਗ ਪਈਦਾ। ਅਤੇ ਉਹ ਜਿਹੜੀਆਂ ਕਮਜ਼ੋਰੀਆਂ ਮੈਂ ਆਪਣੇ ਅੰਦਰ ਮਹਿਸੂਸ ਕੀਤੀਆਂ ਇੱਥੇ ਬੈਠ ਕੇ, ਕਹਿੰਦੇ ਆ ਕਿ ਪੇਸ਼ੈਂਟ ਦੇ ਅੰਦਰ ਕਰੈਕਟਰ ਫਲॉज ਨਹੀਂ, ਫੈਮਿਲੀ ਦੇ ਅੰਦਰ ਕਰੈਕਟਰ ਫਲॉज ਜ਼ਿਆਦਾ ਹੁੰਦੇ ਹੈ। ਫੈਮਿਲੀ ਆਪਣੇ ਕਰੈਕਟਰ ਫਲॉज 'ਤੇ ਜੇ ਕੰਮ ਕਰਦੀ ਰਹੇ ਹੌਲੀ ਹੌਲੀ ਆਪਣੇ ਅੰਦਰ, ਮਤਲਬ ਆਇਡੈਂਟੀਫਾਈ ਕਰਕੇ, ਉਹਦੀ ਰਿਫਲੈਕਸ਼ਨ ਪੇਸ਼ੈਂਟ ਦੇ ਉੱਪਰ ਪੈਂਦੀ ਹੈ। ਜਿਸ ਤਰ੍ਹਾਂ ਸਭ ਤੋਂ ਵੱਡੀ ਗੱਲ ਸਰ ਕਹਿੰਦੇ ਆ ਕਿ ਰਿਸਪੈਕਟ, ਪੇਸ਼ੈਂਟ ਦੀ ਰਿਸਪੈਕਟ ਕਰਨੀ, ਉਹਦੇ ਲਈ ਪਹਿਲੇ ਅਸੀਂ ਆਪਣੀ ਰਿਸਪੈਕਟ ਕਰਾਂਗੇ ਅਤੇ ਪੇਸ਼ੈਂਟ ਦੀ ਰਿਸਪੈਕਟ ਕਰਾਂਗੇ ਨਾ। ਅਸੀਂ ਤਾਂ ਆਪਣੀ ਰਿਸਪੈਕਟ ਕਰਨਾ ਮਤਲਬ ਕਾਫੀ ਹੱਦ ਤੱਕ ਭੁੱਲ ਗਏ ਹੁੰਦੇ ਹਾਂ। ਰਿਸਪੈਕਟ ਪੇਸ਼ੈਂਟ ਦੀ, ਪੇਸ਼ੈਂਟ ਨਾਲ ਗੁੱਸਾ ਨਹੀਂ ਕਰਨਾ, ਮਤਲਬ ਇੱਕ ਤਰ੍ਹਾਂ ਦਾ ਨਾ ਇੱਕ ਨਵਾਂ ਜਨਮ ਹੈ ਇਹ ਟਰੀਟਮੈਂਟ 'ਚ ਆ ਕੇ ਬੰਦੇ ਦਾ। ਅਤੇ ਜਿਸ ਤਰ੍ਹਾਂ ਆਪਾਂ 1 ਸਾਲ ਤੱਕ ਬੱਚੇ ਨੂੰ ਸਾਂਭ ਕੇ ਰੱਖੀਦਾ, ਇਹਦੀ ਪਹਿਲੀ ਸਰਦੀ, ਪਹਿਲੀ ਗਰਮੀ ਹੈ, ਪਹਿਲਾ ਇਹ ਹੈ, ਇਸੇ ਤਰ੍ਹਾਂ 1 ਸਾਲ ਮਤਲਬ ਤੁਸੀਂ ਇਹ ਦੇਖ ਲਓ ਕਿ ਮੈਂ ਜੋ ਕੀਤਾ ਨਾ, ਸਭ ਕੁਛ ਛੱਡ ਦਿਓ। 1 ਸਾਲ ਭੁੱਲ ਜਾਓ, ਸਾਰੀ ਜ਼ਿੰਦਗੀ, ਸਾਰੀ ਦੁਨੀਆ ਭੁੱਲ ਜਾਓ। ਮੈਂ ਤਾਂ ਇਹੀ ਕਹੂੰਗੀ, ਸਿਰਫ ਅਤੇ ਸਿਰਫ ਇੱਕ ਚੀਜ਼ ਯਾਦ ਰੱਖੋ, ਤੁਹਾਡੇ ਜਿਸ ਤਰ੍ਹਾਂ ਫੋਲੋ ਅਪਸ ਨੇ, ਜਿਸ ਤਰ੍ਹਾਂ ਟਰੀਟਮੈਂਟ ਪਲਾਨ ਹੈ ਨਾ, ਐਟਲੀਸਟ 1 ਈਅਰ ਯਾਨੀ ਕਿ 365 ਡੇਜ਼ ਤੁਸੀਂ ਇਹ ਚੀਜ਼ ਨੂੰ ਬਸ ਯਾਦ ਰੱਖਣਾ। ਅਤੇ ਮੇਰੇ ਖਿਆਲ 'ਚ ਫਿਰ ਨਹੀਂ ਮੈਂ ਮੰਨ ਸਕਦੀ ਕਿ ਕਿਸੇ ਫੈਮਿਲੀ ਨੂੰ ਕੋਈ ਰਿਜ਼ਲਟ ਨਹੀਂ ਮਿਲੇਗਾ। ਮੈਨੂੰ ਤਾਂ ਮਿਲਿਆ, ਮੈਂ ਤਾਂ ਛੱਡ ਕੇ ਦੇਖਿਆ। 2-2.5 ਸਾਲ ਤੱਕ ਆਪਾਂ ਮਤਲਬ ਵੀ ਬਿਲਕੁਲ ਕਿਸੇ ਚੀਜ਼ ਨੂੰ ਇੰਟਰਫੇਅਰ ਨਹੀਂ ਕਰਨ ਦਿੱਤਾ ਟਰੀਟਮੈਂਟ ਦੇ ਵਿੱਚ। ਇਹਦੇ ਲਈ ਥੋੜ੍ਹਾ ਬੋਲਡ ਹੋਣਾ ਪੈਂਦਾ ਹੈ। ਬੋਲਡ ਮੈਂ ਹੋਈ, ਮਤਲਬ ਕਾਫੀ ਕੁਛ ਸਖਤ ਡਿਸੀਜ਼ਨ ਵੀ ਲੈਣੇ ਪਏ ਆਪਣੇ ਵਾਸਤੇ, ਫੈਮਿਲੀ ਲਈ। ਪਰ ਅੱਜ ਜਦੋਂ ਫੈਮਿਲੀ ਖੁਸ਼ ਹੈ, ਅੱਜ ਉਹੀ ਫੈਮਿਲੀ ਮੈਂਬਰ ਇਹਨਾਂ ਦੇ, ਜਿਸ ਤਰ੍ਹਾਂ ਮੰਮੀ ਨੇ, ਜੇ ਮੰਮੀ ਨੂੰ ਥੋੜ੍ਹੀ ਦੇਰ ਦੂਰ ਰੱਖਿਆ ਤਾਂ ਅੱਜ ਮੰਮੀ ਖੁਸ਼ ਨੇ ਆਪਣੇ ਬੇਟੇ ਨੂੰ ਦੇਖ ਕੇ ਕਿ ਮੇਰਾ ਬੇਟਾ ਇੱਕ ਹੈਲਦੀ ਲਾਈਫ ਜੀ ਰਿਹਾ। ਸੋ ਉਹ ਡਿਸੀਜ਼ਨ ਥੋੜ੍ਹੀ ਦੇਰ ਲਈ ਨਾ ਹਾਰਸ਼ ਜ਼ਰੂਰ ਲੱਗਦੇ ਹੈ ਕਿ ਆਪਾਂ ਹਾਰਸ਼ ਹੋ ਗਏ ਹਾਂ, ਆਪਾਂ ਔਖੇ ਕੰਮ ਕਰ ਰਹੇ ਹਾਂ, ਦੁਨੀਆ ਕੀ ਕਹੇਗੀ, ਰਿਸ਼ਤੇਦਾਰੀ ਕੀ ਕਹੇਗੀ, ਕੋਈ ਕੁਛ ਨਹੀਂ ਕਹਿੰਦਾ, ਸਭ ਹੌਲੀ ਹੌਲੀ ਆਪਣੇ ਆਪ ਠੀਕ ਹੁੰਦਾ ਜਾਂਦਾ ਹੈ। ਸੋ ਟਰੀਟਮੈਂਟ 'ਚ ਰਹਿਣਾ, ਪ੍ਰੋਸੈਸ 'ਚ ਰਹਿਣਾ ਅਤੇ ਆਪਣੇ ਕਰੈਕਟਰ ਫਲॉज 'ਤੇ ਕੰਮ ਕਰਨਾ ਫੈਮਿਲੀ ਲਈ ਬਹੁਤ ਜ਼ਰੂਰੀ ਹੈ। ਫੈਮਿਲੀ ਹੀ ਪੇਸ਼ੈਂਟ ਨੂੰ ਸੰਭਾਲ ਸਕਦੀ ਹੈ ਅਤੇ ਫੈਮਿਲੀ ਹੀ ਪੇਸ਼ੈਂਟ ਨੂੰ ਦੁਬਾਰਾ ਦੇਖ ਸਕਦੀ ਹੈ। ਮੇਰਾ ਐਕਸਪੀਰੀਅੰਸ ਇਹ ਕਹਿੰਦਾ। ਐਨੀ ਕੁਐਸਚਨ ਜੀ? ਤੁਸੀਂ ਕਿਸ ਤਰ੍ਹਾਂ ਇੱਕ ਦੂਸਰੇ ਨੂੰ ਕੰਪਲੀਮੈਂਟ ਕਰਦੇ ਹੋ? ਮਤਲਬ
You see, both of you are one of the couples ਜਿਹੜੇ ਇੱਕ ਦੂਸਰੇ ਨੂੰ ਕੰਪਲੀਮੈਂਟ ਕਰਦੇ ਹੋ। ਕੰਪਲੀਮੈਂਟ ਦਾ ਨਾ ਮਤਲਬ ਸ਼ਾਇਦ ਹਸਬੈਂਡ ਵਾਈਫ ਦਾ ਨਾ ਅਸੀਂ ਕੌਨਸੈਪਟ ਨਹੀਂ ਸਮਝਦੇ। ਕੰਪਲੀਮੈਂਟ ਦਾ ਮਤਲਬ ਹੁੰਦਾ ਕਿ ਇੱਕ ਚੀਜ਼ ਜਦੋਂ ਕਿਸੇ 'ਚ ਘਾਟ ਹੁੰਦੀ ਹੈ ਉਹ ਦੂਸਰੀ ਪੂਰੀ ਕਰਦਾ, ਜਦੋਂ ਦੂਸਰੇ ਜਿਹੜੀ ਚੀਜ਼ ਘਾਟ ਹੁੰਦੀ ਹੈ ਨਾ ਉਹ ਪਹਿਲਾਂ ਪੂਰੀ ਕਰਦਾ। ਇਨਫੈਕਟ ਹਸਬੈਂਡ ਵਾਈਫ ਦਾ ਰਿਲੇਸ਼ਨ ਨਾ ਕੰਪਲੀਮੈਂਟਰੀ ਰਿਲੇਸ਼ਨ ਹੈ, ਨਾ ਕਿ ਦੂਜੇ ਨੂੰ ਇੱਕ ਦੂਜੇ ਨੂੰ ਸੁਧਾਰਨ ਦਾ ਰਿਲੇਸ਼ਨ ਹੈ। ਅਸੀਂ ਇਹ ਸੋਚਦੇ ਹਾਂ ਕਿ ਹਸਬੈਂਡ ਵਾਈਫ ਦਾ ਰਿਲੇਸ਼ਨ ਇੱਕ ਦੂਸਰੇ ਨੂੰ ਠੀਕ ਕਰਨ ਦਾ ਰਿਲੇਸ਼ਨ ਹੈ। ਇਨਫੈਕਟ ਦੋਨਾਂ ਦੇ ਵਿੱਚ ਕਮਜ਼ੋਰੀਆਂ ਹੁੰਦੀਆਂ, ਕਦੀ ਤੁਹਾਡੀ ਕਮਜ਼ੋਰੀ ਅੱਗੇ ਆਉਂਦੀ ਹੈ, ਕਦੀ ਇਹਨਾਂ ਦੀ ਕਮਜ਼ੋਰੀ ਅੱਗੇ ਆਉਂਦੀ ਹੈ। ਜਦੋਂ ਇਹਨਾਂ ਦੀ ਕਮਜ਼ੋਰੀ ਅੱਗੇ ਆਉਂਦੀ ਹੈ ਤਾਂ ਤੁਸੀਂ ਕੰਟਰੀਬਿਊਟ ਕਰਦੇ ਹੋ, ਤੁਸੀਂ ਅੱਗੇ ਵੱਧ ਕੇ ਉਸ ਚੀਜ਼ ਨੂੰ ਸਟੈਪ ਨੂੰ ਲੈਂਦੇ ਹੋ। ਕਈ ਇਹਨਾਂ ਦੇ ਵੀਕ ਮੂਮੈਂਟ ਆਏ, ਤੁਸੀਂ ਬਹੁਤ ਸਟਰੋਂਗ ਰਹੇ। ਕਦੀ ਇਹਨਾਂ ਦੇ ਸਟਰੋਂਗ ਮੂਮੈਂਟ ਸੀਗੇ, ਤੁਹਾਡੇ ਵੀਕ ਮੂਮੈਂਟ ਸੀਗੇ, ਪਰ ਤੁਸੀਂ ਇੱਕਦਮ ਮੈਂ ਦੇਖਿਆ ਰੋਲ ਦੋਨੋਂ ਸ਼ਿਫਟ ਕਰ ਲੈਂਦੇ ਹੋ। ਮੈਂ ਤੁਹਾਡਾ ਦੇਖਦਾ ਰਹਿੰਦਾ ਦੋਨਾਂ ਨੂੰ, ਇਹ ਤੁਸੀਂ ਕਿਸ ਤਰ੍ਹਾਂ ਕੰਪਲੀਮੈਂਟ ਕਰਦੇ ਹੋ। ਤੁਹਾਨੂੰ ਕਦੋਂ ਪਤਾ ਲੱਗ ਜਾਂਦਾ ਕਿ ਇਸ ਵੇਲੇ ਤੁਹਾਨੂੰ ਹੁਣ ਅੱਗੇ ਵੱਧ ਕੇ ਲੀਡਰ ਬਣਨ ਦੀ ਲੋੜ ਹੈ। ਸਰ ਇਹ ਚੀਜ਼ ਜਿਹੜੀ ਹੈਗੀ ਹੈ, ਜਿਹੜੀ ਤੁਸੀਂ ਕਹਿ ਰਹੇ ਹੋ, ਅਤੇ ਮੈਨੂੰ ਰਿਕਵਰੀ 'ਚ ਆਉਣ ਤੋਂ ਬਾਅਦ, ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਤਾਂ ਰਿਕਵਰੀ 'ਚ ਆਉਣ ਤੋਂ ਬਾਅਦ ਹੀ ਪਤਾ ਲੱਗੀ ਹੈ ਕਿ ਵਾਈਫ ਦੇ ਪ੍ਰਤੀ ਸਾਡੇ ਕੀ ਫਰਜ਼ ਹੈਗੇ ਅਤੇ ਉਹਨਾਂ ਦਾ ਆਪਾਂ ਕਿਸ ਤਰ੍ਹਾਂ ਰਿਸਪੈਕਟ ਕਰਨੀ ਹੈ ਅਤੇ ਕਿਸ ਤਰ੍ਹਾਂ ਧਿਆਨ ਰੱਖਣਾ। ਜੇ ਉਹਨਾਂ 'ਚ ਕੋਈ ਮੇਰੇ 'ਚ ਅਗਰ ਉਹ ਕਮੀ ਪੇਸ਼ੀ ਰਹੀ ਹੈ 15 ਸਾਲ, ਅਤੇ ਉਹਨਾਂ ਨੇ ਵੀ ਬਰਦਾਸ਼ਤ ਕੀਤੀ ਹੈ। ਜੇ ਉਹਨਾਂ 'ਚ ਅਗਰ 1-2% ਕੋਈ ਕਮੀ ਪੇਸ਼ੀ ਸਾਹਮਣੇ ਨਜ਼ਰ ਆਉਂਦੀ ਹੈ ਤਾਂ ਆਪਾਂ ਨੂੰ ਉਹਨੂੰ ਨਜ਼ਰਅੰਦਾਜ਼ ਕਰਨਾ ਪੈਂਦਾ ਵਾ। ਅਸੀਂ ਕਰਦੇ ਆ ਉਸ ਚੀਜ਼ ਨੂੰ, ਅਸੀਂ ਇੱਕ ਦੂਜੇ ਨਾਲ ਡਿਸਕਸ਼ਨ ਕਰ ਲੈਂਦੇ ਹਾਂ। ਜੇ ਮੈਨੂੰ ਇਹਨਾਂ ਦੀ ਕੋਈ ਚੀਜ਼ ਨਹੀਂ ਚੰਗੀ ਲੱਗਦੀ ਤਾਂ ਅਸੀਂ ਲੜਾਈ ਝਗੜਾ ਨਹੀਂ ਕਰਦੇ, ਅਸੀਂ ਇੱਕ ਦੂਜੇ ਨਾਲ ਗੱਲ ਕਰ ਲੈਂਦੇ ਹਾਂ ਕਿ ਯਾਰ ਮੈਨੂੰ ਆਹ ਚੀਜ਼ ਚੰਗੀ ਨਹੀਂ ਲੱਗੀ ਤੁਹਾਡੀ, ਅਤੇ ਇਹ ਅੱਗੋਂ ਕਹਿ ਦਿੰਦੇ ਆ ਕਿ ਚਲੋ ਕੋਈ ਗੱਲ ਨਹੀਂ, ਜੇ ਨਹੀਂ ਚੰਗੀ ਲੱਗੀ ਤਾਂ ਅੱਗੇ ਤੋਂ ਆਪਾਂ ਧਿਆਨ ਰੱਖਾਂਗੇ ਇਸ ਚੀਜ਼ ਦਾ। ਇਹ ਮੈਨੂੰ ਕਹਿ ਦਿੰਦੇ ਆ, ਮੈਂ ਇਹਨਾਂ ਨੂੰ ਕਹਿ ਦਿੰਦਾ ਜੀ। ਸਾਰੇ ਇਸ ਤਰ੍ਹਾਂ ਸਾਡਾ ਸਿਸਟਮ ਹੈਗਾ। ਇਹ ਤੁਸੀਂ ਮਤਲਬ ਅੰਡਰਸਟੂਡ ਨਹੀਂ ਸਮਝਦੇ ਕਿ ਇਹਨੂੰ ਆਪੇ ਹੀ ਪਤਾ ਹੋਣਾ ਚਾਹੀਦਾ, ਮੈਂ ਕਿਉਂ ਕਵਾਂ? ਸਰ ਪਰਫੈਕਟ ਤਾਂ ਕੋਈ ਵੀ ਨਹੀਂ ਹੈਗਾ, ਨਾ ਮੈਂ ਪਰਫੈਕਟ ਹੈਗਾ ਨਾ ਇਹ ਪਰਫੈਕਟ ਹੈਗੇ। ਕਮੀਆਂ ਤਾਂ ਮੇਰੇ 'ਚ ਵੀ ਹੋ ਸਕਦੀਆਂ, ਗੁਣ ਵੀ ਮੇਰੇ 'ਚ ਹੋ ਸਕਦੇ ਆ ਅਤੇ ਕਮੀ ਇਹਨਾਂ 'ਚ ਵੀ। ਜੇ ਕੁਛ ਕਮੀ ਹੈਗੀਆਂ ਤਾਂ ਇਹਨਾਂ 'ਚ ਕੁਛ ਗੁਣ ਵੀ ਹੈਗੇ ਆ। ਇਹਨਾਂ ਨੇ ਮੇਰੀ ਲਾਈਫ ਬਚਾਈ ਹੋਈ, ਠੀਕ ਹੈ, ਅਤੇ ਮੈਂ ਉਸ ਚੀਜ਼ ਨੂੰ ਵੀ ਤਾਂ ਯਾਦ ਰੱਖਦਾ ਹੈ ਕਿ ਯਾਰ ਮੈਂ ਜੇ ਇਹ ਮੇਰੇ ਨਾਲ ਨਹੀਂ ਹੁੰਦੇ ਤਾਂ ਮੈਂ ਅੱਜ ਇੱਥੇ ਹੋ ਸਕਦਾ ਨਾ ਬੈਠਾ ਹੁੰਦਾ। ਸੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ। ਇੱਕ ਸਾਡਾ ਸਰ ਇੱਕ ਸਭ ਤੋਂ ਵੱਡੀ ਗੱਲ ਹੈ, ਸਾਡਾ ਪ੍ਰੋਫੈਸ਼ਨ ਜਿਹੜਾ ਹੈਗਾ ਉਹ ਸੇਮ ਹੈ। ਜੇ ਅਸੀਂ ਇੱਕ ਦੂਜੇ ਆਫਿਸ ਜਾਂਦੇ ਹਾਂ ਤਾਂ ਸਾਡੀ ਵਰਕਿੰਗ ਸੇਮ ਹੈਗੀ ਹੈ, ਸਾਨੂੰ ਪਤਾ ਲੱਗ ਜਾਂਦਾ। ਜੇ ਮੈਨੂੰ ਕੋਈ ਪ੍ਰੋਬਲਮ ਆਉਂਦੀ ਹੈ, ਜੇ ਜਿਸ ਦਿਨ ਮੇਰਾ ਕੋਈ ਮੂਡ ਲੋ ਹੁੰਦਾ ਹੈ ਤਾਂ ਮੇਰੇ ਕੋਲ ਪੁੱਛ ਲੈਂਦੇ ਹੈ ਕਿ ਅੱਜ ਕੀ ਗੱਲ ਹੈਗੀ ਹੈ, ਕੋਈ ਮੂਡ ਲੋ ਹੈ ਤੁਹਾਡਾ, ਕੋਈ ਗੱਲ ਹੋਈ ਹੈ ਆਫਿਸਰ ਨਾਲ। ਅਤੇ ਇਸੇ ਤਰ੍ਹਾਂ ਜਦੋਂ ਇਹ ਕੁਛ ਹੁੰਦੇ ਆ ਤਾਂ ਮੈਂ ਇਹਨਾਂ ਨੂੰ ਪੁੱਛ ਲੈਂਦਾ ਵਾਂ ਕਿ ਫਿਰ ਅਸੀਂ ਸ਼ੇਅਰਿੰਗ ਕਰ ਲੈਂਦੇ ਹਾਂ ਇੱਕ ਦੂਜੇ ਦੇ ਨਾਲ, ਬੱਚੇ ਨਾਲ ਬਿਠਾ ਲੈਂਦੇ ਹਾਂ। ਅਤੇ ਉਹ ਜੇ ਸਾਡਾ ਆਪਸ ਦੇ ਵਿੱਚ ਨਹੀਂ ਰਜਾਮੰਦੀ ਬਣਦੀ ਹੈ ਫਿਰ ਬੱਚਿਆਂ ਕੋਲ ਆਪਾਂ ਸਲਾਹ ਲੈ ਲਈਦੀ ਹੈ। ਬੇਟੀ ਸਾਡੀ ਜਿਹੜੀ ਸਮਝਦਾਰ ਹੈ ਉਹ ਦੱਸ ਦਿੰਦੀ ਹੈ ਕਿ ਪਾਪਾ ਅੱਜ ਤੁਸੀਂ ਇੱਥੇ ਥੋੜ੍ਹੇ ਗਲਤ ਹੈਗੇ ਹੋ, ਮੰਮੀ ਇੱਥੇ ਠੀਕ ਹੈਗੇ ਆ। ਮਤਲਬ ਘਰ ਦੇ ਵਿੱਚ ਤੁਸੀਂ ਬੱਚਿਆਂ ਦੀ ਇੰਪੋਰਟੈਂਸ ਨੂੰ ਵੀ, ਉਹਨਾਂ ਦੀ ਸਲਾਹ ਨੂੰ ਵੀ ਇੰਪੋਰਟੈਂਸ ਦਿੰਦੇ ਹੋ? ਅਸੀਂ ਬੱਚਿਆਂ ਤੋਂ ਵੀ ਸਲਾਹ ਲੈ ਲਈਦੀ ਹੈ। ਸਾਡੇ ਮਦਰ ਹੈਗੇ ਆ, ਜਿਹੜੀ ਚੀਜ਼ ਸਾਡੇ ਵੱਡੇ ਦੱਸ ਸਕਦੇ ਆਪਾਂ ਉਹਨਾਂ ਨਾਲ ਵੀ ਸ਼ੇਅਰਿੰਗ ਕਰੀਦੀ ਹੈ। ਉਹਨਾਂ ਤੋਂ ਵੀ ਪੁੱਛੀਦਾ ਕਿ ਇਹ ਚੀਜ਼ ਹੈਗੀ ਹੈ ਮੰਮੀ ਕਿਸ ਤਰ੍ਹਾਂ ਕਰਨੀ ਹੈਗੀ ਹੈ, ਕਿਸ ਤਰ੍ਹਾਂ। ਹਾਲਾਂਕਿ ਮੇਰੀ ਵਾਈਫ ਦੇ ਉਹਨਾਂ ਦੇ ਨਾਲ ਸ਼ੁਰੂ ਦੇ ਵਿੱਚ ਇਸ ਤਰ੍ਹਾਂ ਦੀ ਅੱਛੀ ਕੋਈ ਕਮਿਊਨੀਕੇਸ਼ਨ ਨਹੀਂ ਸੀਗਾ, ਲੇਕਿਨ ਅੱਜ ਦੀ ਡੇਟ ਦੇ ਵਿੱਚ ਮਤਲਬ ਕਿ ਉਹ ਆਪਸ ਦੇ ਵਿੱਚ, ਮੈਂ ਆਫਿਸ ਚਲ ਜਾਂਦਾ ਅਤੇ ਇਹ ਅੱਜ ਕੱਲ੍ਹ ਲੀਵ 'ਤੇ ਹੈਗੇ ਹੈ, ਅਤੇ ਮੈਨੂੰ ਦੱਸਦੇ ਹੈ ਕਿ ਅੱਜ ਅਸੀਂ ਸਾਰੇ ਦਿਨ 'ਚ ਆਹ ਗੱਲਬਾਤ ਕੀਤੀ, ਆਹ ਡਿਸਕਸ਼ਨ ਕੀਤੀ, ਜੋ ਕਿ ਪਹਿਲੇ ਨਹੀਂ ਸੀਗਾ। ਹਾਂ, ਇਹਨਾਂ ਦੀ ਆਪਸ ਦੇ ਵਿੱਚ ਕਾਫੀ ਅੰਡਰਸਟੈਂਡਿੰਗ ਹੈ, ਜਿਹਦਾ ਬੈਨੀਫਿਟ ਮੈਨੂੰ ਹੁੰਦਾ, ਕਿਉਂਕਿ ਮੈਨੂੰ ਫਿਰ ਨਾ ਤਾਂ ਮੈਨੂੰ ਇਹ ਸੋਚਣਾ ਪੈਂਦਾ ਕਿ ਮੇਰੀ ਵਾਈਫ ਦੇ ਪ੍ਰਤੀ ਮਦਰ ਨੇ ਕੁਛ ਕਿਹਾ ਹੋਊਗਾ ਜਾਂ ਮੇਰੀ ਮਦਰ ਨੂੰ ਵਾਈਫ ਨੇ ਕੁਛ ਕਿਹਾ ਹੋਊਗਾ। ਜਦੋਂ ਆਪਸ ਦੇ ਵਿੱਚ ਸਹਿਮਤੀ ਹੈਗੀ ਹੈ ਤਾਂ ਮੈਨੂੰ ਵੈਸੇ ਹੀ ਅੱਛਾ ਲੱਗਦਾ। ਤੁਹਾਨੂੰ ਕੀ ਲੱਗਦਾ ਕਿ ਮਤਲਬ ਤੁਸੀਂ ਕੀ ਰੋਲ ਪਲੇ ਕੀਤਾ ਇਹਨਾਂ ਦੋਨਾਂ ਦੇ ਆਪਸ 'ਚ ਰਿਲੇਸ਼ਨਸ਼ਿਪ ਚੰਗੇ ਕਰਨ ਦੇ ਵਿੱਚ? ਸਰ ਮੈਂ ਵੇਖਾਂ ਤਾਂ ਮੈਂ ਕੋਈ ਰੋਲ ਪਲੇ ਨਹੀਂ ਕੀਤਾ। ਮੈਂ ਕੋਈ ਆਪਣੇ ਪਰਸਨਲ ਐਫਰਟਸ ਜਾਂ ਇਹਨਾਂ ਨੂੰ ਨਹੀਂ ਸਮਝਾਇਆ ਜਾਂ ਮਦਰ ਨੂੰ ਨਹੀਂ ਸਮਝਾਇਆ। ਮੈਂ ਆਪਣੇ ਆਪ 'ਤੇ ਕੰਮ ਕੀਤਾ, ਆਪਣੇ ਆਪ 'ਤੇ ਰਿਕਵਰੀ ਦੇ ਵਿੱਚ ਹੈਗਾ,
ਅਤੇ ਆਪਣੇ ਆਪ ਤੋਂ ਜੋ ਮੈਨੂੰ ਲੱਗਦਾ ਕਿ ਮੇਰੇ ਕਰੈਕਟਰ ਫਲॉज ਹੈਗੇ, ਮੈਂ ਉਹਨਾਂ 'ਤੇ ਕੰਮ ਕਰਦਾ। ਉਹ ਨੈਚੁਰਲੀ ਜਦੋਂ ਮੇਰੇ 'ਤੇ ਉਸ ਚੀਜ਼ ਦਾ ਇਫੈਕਟ ਹੁੰਦਾ ਤਾਂ ਇਹਨਾਂ 'ਤੇ ਆਪਣੇ ਆਪ ਹੀ ਹੋ ਜਾਂਦਾ ਵਾ। ਮੈਂ ਕੋਈ ਇਹਨਾਂ 'ਤੇ ਕੋਈ ਕੰਮ ਨਹੀਂ ਕੀਤਾ। ਅੱਛਾ, ਤੁਹਾਨੂੰ ਲੱਗਦਾ ਕਿਸੇ ਵੇਲੇ ਤੁਸੀਂ ਇਹਨਾਂ ਦੀ ਸਲਾਹ ਪੁੱਛ ਸਕਦੇ ਹੋ ਅਤੇ ਉਹਦੇ ਨਾਲ ਤੁਹਾਨੂੰ ਇਹ ਤਾਂ ਨਹੀਂ ਮਹਿਸੂਸ ਹੁੰਦਾ ਕਿ ਮੈਂ ਕੋਈ ਘੱਟ ਹਾਂ, ਵਾਈ ਸ਼ੁੱਡ ਆਈ ਆਸਕ? ਹੁੰਦਾ ਸੀਗਾ। ਜਦੋਂ ਮੈਂ ਐਡਿਕਸ਼ਨ 'ਚ ਸੀਗਾ ਉਦੋਂ ਮੈਨੂੰ ਲੱਗਦਾ ਸੀਗਾ ਕਿ ਜੋ ਸਭ ਮੈਨੂੰ ਪਤਾ ਹੈਗਾ, ਇਹਨਾਂ ਨੂੰ ਕੁਛ ਨਹੀਂ, ਕਿਸੇ ਚੀਜ਼ ਦਾ ਨਹੀਂ ਪਤਾ। ਲੇਕਿਨ ਹੁਣ ਇਹ ਹੈ ਕਿ ਹੁਣ ਮੈਂ ਇਹਨਾਂ ਨੂੰ ਇਹ ਨਹੀਂ ਸਮਝਦਾ ਕਿ ਮੈਨੂੰ ਸਭ ਕੁਝ ਪਤਾ ਹੈਗਾ। ਮੈਂ ਅੱਗੇ ਵੀ ਕਿਹਾ ਕਿ ਹੁਣ ਤਾਂ ਫੈਮਿਲੀ ਦੀ ਰਾਏ ਨਾਲ ਚੱਲਦੇ ਆਪਾਂ, ਕਿ ਕੋਈ ਵੀ ਚੀਜ਼ ਕਰਨੀ ਹੈ, ਕੋਈ ਚੀਜ਼ ਲੈਣੀ ਹੈ, ਵਾਹੀਕਲ ਲੈਣਾ ਹੈ, ਕਾਰ ਲੈਣਾ, ਕੁਛ ਵੀ ਹੈਗਾ, ਅਸੀਂ ਦੋਨੋਂ ਸਾਰੇ ਜਿਹੜੇ ਹੈਗੇ ਫੈਮਿਲੀ ਆਪਣੀ ਸਹਿਮਤੀ ਨਾਲ ਚੱਲਦੇ ਆ ਕਿ ਹੁਣ ਉਹ ਚੀਜ਼ ਨਹੀਂ ਮਹਿਸੂਸ ਹੁੰਦੀ ਹੈ। ਮੈਂ 1% ਅੱਗੇ ਵੀ ਕਿਹਾ ਕਿ 1% ਅਗਰ ਮੈਨੂੰ ਲੱਗਦਾ ਹੈ ਕਿ ਇਹਨਾਂ ਦੇ ਵਿੱਚ ਆਹ ਚੀਜ਼ ਇਹਨਾਂ ਨੇ ਸਹੀ ਨਹੀਂ ਕੀਤੀ ਹੈ ਜਾਂ ਇਸ ਚੀਜ਼ ਦੇ ਵਿੱਚ ਕਮੀ ਹੈਗੀ ਹੈ, ਅਤੇ ਆਪਾਂ ਸ਼ੇਅਰਿੰਗ ਕਰ ਲਈਦੀ ਹੈ, ਆਪਣੇ ਮਨ 'ਚ ਨਹੀਂ ਰੱਖੀਦਾ ਕਿ ਜਾਂ ਗੁੱਸੇ 'ਚ ਆ ਕੇ ਕੋਈ ਐਕਸ਼ਨ ਲੈ ਲਿਆ, ਮਤਲਬ ਉਹ ਨਹੀਂ ਹੈ। ਕਹਿ ਦਈਦਾ ਕਿ ਯਾਰ ਇਹ ਚੀਜ਼ ਮੈਨੂੰ ਅੱਛੀ ਨਹੀਂ ਲੱਗੀ। ਪ੍ਰੋਐਕਟਿਵ ਅਪਰੋਚ ਹੈ, ਹਾਂਜੀ, ਬਤਾ ਦਿੰਦੇ ਹੈ। ਹਾਂਜੀ, ਤੁਸੀਂ ਦੱਸ ਦਿੰਦੇ ਹੋ ਇਹ ਸੁਣ ਪਾਉਂਦੇ ਆ, ਇਹਨਾਂ ਦੀ ਕਾਫੀ ਕਪੈਸਿਟੀ ਹੈ ਕਿ ਇਹ ਆਪਣੀ ਕਿਸੇ ਵੀ ਕਮਜ਼ੋਰੀ ਬਾਰੇ ਸੁਣ ਲੈਂਦੇ ਆ? ਸੁਣ ਲੈਂਦੇ ਆ। ਗੁੱਸਾ ਵੀ ਆ ਜਾਂਦਾ ਇਹਨਾਂ ਨੂੰ ਕਈ ਵਾਰੀ, ਮਤਲਬ ਗੁੱਸੇ ਦੇ ਵਿੱਚ ਅੱਗੇ ਜਵਾਬ ਨਹੀਂ ਅਤੇ ਕੋਈ ਮਤਲਬ ਆਰਗੂਮੈਂਟ ਨਹੀਂ ਕਰਦੇ ਆ। ਸਾਡਾ ਇਹ ਹੁੰਦਾ ਵਾ ਕਿ ਅਸੀਂ ਇੱਕ ਆਧ ਦਿਨ 2 ਦਿਨ ਮਤਲਬ ਕਿ ਅਸੀਂ ਫਰੀਕੁਐਂਟਲੀ ਕੋਈ ਗੱਲ ਜਿਸ ਤਰ੍ਹਾਂ ਨੋਰਮਲ ਗੱਲ ਕਰਦੇ ਉਸ ਤਰ੍ਹਾਂ ਗੱਲ ਨਹੀਂ ਹੋ ਪਾਉਂਦੀ ਸਾਡੇ ਕੋਲ। ਹਾਂ, ਮਤਲਬ ਕਿ ਹੁੰਦਾ ਵਾ ਕਿ ਠੀਕ ਹੈ ਯਾਰ, ਜਿੰਨੀ ਕੀ ਗੱਲ ਕਰਨੀ ਚਾਹੀਦੀ ਉਨੀ ਕੀ ਕਰੀਏ ਬਸ। ਆਰਗੂਮੈਂਟ ਨਹੀਂ ਆਪਾਂ ਕਰਦੇ ਜਾਂ ਲੜਾਈ ਝਗੜਾ ਨਹੀਂ ਕਰਦੇ। ਨੈਚੁਰਲੀ ਇਹ 2 ਦਿਨਾਂ ਬਾਅਦ ਫਿਰ ਜਾਂ 1 ਦਿਨ ਬਾਅਦ ਉਹ ਨੋਰਮਲ ਹੋ ਜਾਂਦਾ ਵਾ। ਫਿਰ ਇਹ ਤਾਂ ਹੈ ਨਹੀਂ ਕਿ ਮੇਰੀ ਜ਼ਿੰਦਗੀ ਇਹਨਾਂ ਤੋਂ ਬਿਨਾਂ ਚੱਲ ਜਾਣੀ ਹੈ ਜਾਂ ਇਹਨਾਂ ਦੀ ਜ਼ਿੰਦਗੀ ਮੇਰੇ ਤੋਂ ਬਿਨਾਂ ਚੱਲ ਜਾਣੀ ਹੈ। ਉਹ ਫਿਰ ਕਿਤੇ ਨਾ ਕਿਤੇ ਫਿਰ ਸਹਿਮਤੀ ਬਣ ਜਾਂਦੀ ਹੈ। ਇਹ ਨਹੀਂ ਹੈ ਕਿ ਜੀ ਗੁੱਸਾ ਨਹੀਂ ਆਉਂਦਾ ਵਾ, ਮੈਨੂੰ ਨਹੀਂ ਆਉਂਦਾ ਜਾਂ ਇਹਨਾਂ ਨੂੰ ਨਹੀਂ ਆਉਂਦਾ, ਪਰ ਗੁੱਸੇ 'ਤੇ ਹੈ ਕਿ ਹੁਣ ਆਪਾਂ ਥੋੜ੍ਹਾ ਬਹੁਤ ਉਹ ਕਰ ਲਈਦਾ ਵਾ, ਠੀਕ ਹੈ ਯਾਰ ਕੋਈ ਗੱਲ ਨਹੀਂ, ਹੁਣ ਥੋੜ੍ਹੀ ਦੇਰ ਲਈ ਗੁੱਸਾ ਆਇਆ, ਕੋਈ ਗੱਲ ਨਹੀਂ, ਸ਼ਾਂਤ ਹੋ ਜਾਂਦੇ ਆ, ਫਿਰ ਠੀਕ ਹੋ ਜਾਊਗਾ ਥੋੜ੍ਹੀ ਦੇਰ 'ਚ। ਅੱਛਾ, ਮੈਨੂੰ ਇੱਕ ਗੱਲ ਦੱਸੋ, ਮੈਨੂੰ ਟਰੀਟਮੈਂਟ ਦੇ ਵਿੱਚ ਨਾ ਜਿਹੜੀ ਸਭ ਤੋਂ ਵੱਡੀ ਇਸ਼ੂ ਇਹ ਆ ਰਿਹਾ ਕਿ ਫੈਮਲੀਜ਼ ਦੀ ਉਸ ਤਰ੍ਹਾਂ ਦੀ ਸਪੋਰਟ ਨਹੀਂ ਮਿਲਦੀ ਜਿਸ ਤਰ੍ਹਾਂ ਦੀ ਸਪੋਰਟ ਸ਼ਾਇਦ ਮੈਂ ਮਤਲਬ ਐਕਸਪੈਕਟ ਕਰਦਾ। ਸ਼ਾਇਦ ਮੇਰੀ ਐਕਸਪੈਕਟੇਸ਼ਨ ਜ਼ਿਆਦਾ ਅਤੇ ਮੈਨੂੰ ਲੱਗਦਾ ਹੈ ਕਿ ਪੇਸ਼ੈਂਟਸ ਮੋਲਡ ਹੋ ਜਾਂਦੇ ਆ, ਪਰ ਫੈਮਲੀਜ਼ ਉਸ ਤਰੀਕੇ ਨੂੰ ਅੰਡਰਸਟੈਂਡ ਨਹੀਂ ਕਰਦੀਆਂ ਅਤੇ ਬਹੁਤ ਸਾਰੀ ਵਾਰੀ ਪੇਸ਼ੈਂਟ ਥੋੜ੍ਹਾ ਜਿਹਾ ਸਟੈਪ ਅੱਗੇ ਚੱਲ ਰਿਹਾ ਹੁੰਦਾ ਅਤੇ ਫੈਮਲੀਜ਼ ਇੱਕ ਵੀਕ ਐਕਸ਼ਨ ਲੈ ਲੈਂਦੀਆਂ। ਸਰ ਸਾਡੇ ਕੇਸ 'ਚ ਵੀ ਇਸ ਤਰ੍ਹਾਂ ਹੀ ਸੀਗਾ। ਅਸੀਂ ਆਪਸ ਦੇ ਵਿੱਚ ਜਦੋਂ ਸ਼ੁਰੂ ਦੇ 2-3-4 ਮਹੀਨੇ ਸੀਗੇ, ਕਿਉਂਕਿ ਅਸੀਂ 3 ਮਹੀਨੇ ਜਿਹੜੇ ਹੈਗੇ ਨਾ, ਮੈਨੂੰ ਪਤਾ ਅਸੀਂ ਡੇਲੀ ਆਉਂਦੇ ਰਹੇ, ਫੋਲੋਅਪ ਸਾਡਾ ਡੇਲੀ ਦਾ ਸੀਗਾ, ਹਫਤਾ 10 ਦਿਨ 15 ਦਿਨ ਦਾ ਨਹੀਂ ਸੀਗਾ, ਅਤੇ ਅਸੀਂ ਦੋਨੋਂ ਹੀ ਆਉਂਦੇ ਸੀਗੇ, ਮੈਨੂੰ ਇਕੱਲੇ ਨਹੀਂ ਆਉਣ ਦਿੰਦੇ ਸੀ, ਨਾ ਹੀ ਮੈਂ ਇਕੱਲਾ ਆਇਆ ਸੀਗਾ, ਔਰ ਉਸ ਪੋਜੀਸ਼ਨ 'ਚ ਵੀ ਨਹੀਂ ਹੈਗਾ ਸੀਗਾ ਵੀ ਇਕੱਲਾ ਫੋਲੋਅਪ 'ਤੇ ਆ ਸਕਦਾ ਸੀ। ਅਤੇ ਫੈਮਿਲੀ ਮੇਰੀ ਨਾਲ ਆਉਂਦੀ ਸੀਗੀ, ਮੇਰੀ ਵਾਈਫ ਹੀ ਸੀਗੀ ਫੈਮਿਲੀ ਦੇ ਵਿੱਚ। ਮੇਰੇ ਬੱਚੇ ਛੋਟੇ ਹੈਗੇ ਸੀ ਜਾਂ ਛੋਟੇ ਹੀ ਹੈਗੇ ਹੁਣ ਵੀ। ਅਤੇ ਫੈਮਿਲੀ ਦਾ ਰੋਲ ਤਾਂ ਸਰ ਬਿਨਾਂ ਫੈਮਿਲੀ ਤੋਂ ਪੇਸ਼ੈਂਟ ਜਿਹੜਾ ਹੈਗਾ ਉਹ ਸਰਵਾਈਵ ਨਹੀਂ ਕਰ ਸਕਦਾ। ਫੈਮਿਲੀ ਜੇ ਸਾਥ ਦੇਵੇਗੀ ਤਾਂ ਪੇਸ਼ੈਂਟ ਠੀਕ ਹੋਏਗਾ, ਅਦਰਵਾਈਜ਼ ਪੇਸ਼ੈਂਟ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਡੋਲ ਜਾਏਗਾ। ਫੈਮਿਲੀ ਦਾ ਰੋਲ ਬਹੁਤ, ਸਭ ਤੋਂ ਜ਼ਿਆਦਾ ਰੋਲ ਫੈਮਿਲੀ ਦਾ ਹੀ ਹੈਗਾ। ਫੈਮਿਲੀ ਦੇ ਵਿੱਚ ਵਾਈਫ ਹੈਗੀ ਆ, ਅਗਰ ਮਦਰ ਹੈਗੇ, ਫਾਦਰ ਹੈਗੇ ਆ, ਸਾਰਿਆਂ ਨੂੰ ਮਤਲਬ ਕਿ ਇਕੱਠੇ ਹੋ ਕੇ ਐਫਰਟਸ ਕਰਨੇ ਚਾਹੀਦੇ ਹੈ। ਇਹ ਨਾ ਕਿ ਇੱਕ ਦੂਜੇ ਦੀਆਂ ਮਤਲਬ ਕੋਈ ਖਿੱਚਾਤਾਣੀ ਕਰਨੀ ਚਾਹੀਦੀ ਹੈ। ਅੱਛਾ, ਕਦੀ ਕੋਈ ਤੁਹਾਨੂੰ ਲੱਗਾ ਹੋਏ ਕਿ ਤੁਹਾਡੇ 'ਚ ਇੱਕ ਇਹੋ ਜਿਹਾ ਵੀਕ ਮੂਵਮੈਂਟ ਆਇਆ ਹੋਏ ਜਦੋਂ ਤੁਹਾਡਾ ਦਿਲ ਕੀਤਾ ਹੋਏ ਪ੍ਰੋਗਰਾਮ ਕੁਇਟ ਕਰਨ ਨੂੰ? ਜਾਂ ਬੜੀ ਵਾਰੀ ਕੀਤਾ ਸਰ, ਬੜੀ ਵਾਰੀ ਕੀਤਾ। ਫਿਰ ਉਸ ਬੜੀ ਵਾਰੀ ਕੀਤਾ ਹੈ, ਲੇਕਿਨ ਮੇਰੀ ਵਾਈਫ ਸਟਰੋਂਗ ਸੀਗੀ। ਅਗਰ ਮੈਂ ਇਕੱਲਾ ਹੁੰਦਾ ਤਾਂ ਹੋ ਸਕਦਾ ਮੈਂ ਲੀਵ ਇਟ ਕਰ ਗਿਆ ਹੁੰਦਾ, ਲੇਕਿਨ ਮੇਰੀ ਵਾਈਫ ਨੇ ਨਹੀਂ, ਮੈਨੂੰ ਮਤਲਬ ਕਿ ਉਹ ਇੱਥੇ ਜੁੜੇ ਰਹੇ ਹੈ। ਮੈਂ ਨਹੀਂ ਵੀ ਆਉਂਦਾ, ਹੁਣ ਮੈਂ ਹਫਤੇ ਬਾਅਦ ਆਉਂਦਾ ਜਾਂ ਸ਼ਨੀਵਾਰ ਆਉਂਦਾ, ਅੱਜ ਮੈਂ ਜਲਦੀ ਆ ਗਿਆ ਸੀਗਾ ਅਤੇ ਮੈਂ ਕਿਹਾ ਚੱਲ, ਇਹਨੂੰ ਵੀ ਨਹੀਂ ਪਤਾ ਸੀਗਾ ਕਿ ਆਉਣਾ ਅੱਜ, ਮੈਂ ਆ ਗਿਆ, ਜਲਦੀ ਆ ਗਿਆ ਸੀਗਾ। ਅਤੇ ਮੇਰੀ ਵਾਈਫ ਅਗਰ ਮੇਰਾ ਸਾਥ ਨਹੀਂ ਦਿੰਦੀ ਤਾਂ ਮੈਂ ਨਹੀਂ ਜ਼ਿਆਦਾ ਦੇਰ ਮਤਲਬ ਕਿ ਉਹ ਆਪਣਾ ਜਿਹੜਾ ਦਿਮਾਗ ਹੈ ਉਹਨੂੰ ਸਹੀ ਰੱਖ ਪਾਉਂਦਾ। ਨਸ਼ਾ ਕਰ ਹੀ ਲੈਣਾ ਸੀ ਫਿਰ ਮੈਂ, ਜਦੋਂ ਦਿਮਾਗ ਮੇਰਾ ਸਹੀ ਨਹੀਂ ਹੋਣਾ ਸੀ। ਅਤੇ ਇਹਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਗੱਲ ਮੈਨੂੰ ਸਮਝ ਆ ਰਹੀ ਹੈ ਕਿ
ਤੁਹਾਡੀ ਫੈਮਿਲੀ ਇੰਨੀ ਜ਼ਿਆਦਾ ਪ੍ਰੋਗਰਾਮ ਦੇ ਵਿੱਚ ਸੀਗੀ ਕਿ ਤੁਸੀਂ ਡੇਅਰ ਵੀ ਨਹੀਂ ਕਰ ਸਕੇ, ਜਾਂ ਜੇ ਤੁਹਾਡਾ ਮਨ ਕੀਤਾ ਵੀ ਕੁਇਟ ਕਰਨ ਦੋ ਪ੍ਰੋਗਰਾਮ ਨੂੰ, ਤੁਸੀਂ ਕਰ ਨਹੀਂ ਪਾਏ ਹਾਂਜੀ, ਕਿਉਂਕਿ ਇਹਨਾਂ ਨੇ ਗੁੰਜਾਇਸ਼ ਹੀ ਨਹੀਂ ਨਹੀਂ ਛੱਡੀ। ਛੱਡੀ ਸੀ। ਇਹਨਾਂ ਨੇ ਹੁਣ ਵੀ ਨਹੀਂ ਛੱਡੀ ਹੋਈ ਇਹਨਾਂ ਨੇ, ਹੁਣ ਵੀ ਨਹੀਂ ਹੁਣ ਵੀ ਛੱਡੀ। ਨਹੀਂ ਛੱਡੀ ਹੋਈ ਹੈ। ਈਵਨ ਹੁਣ ਤੇ ਮੇਰੀ ਮਦਰ ਵੀ, ਅੱਜ ਮੇਰੀ ਮਾਤਾ ਜੀ ਨੇ ਵੀ ਕਿਹਾ ਕਿ ਤੂੰ ਜਲਦੀ ਆ ਗਿਆ ਅੱਜ ਤੇ ਤੂੰ ਹੁਣ ਚੱਲ ਜਾ। ਨਹੀਂ ਤੇ ਮਾਤਾ ਜੀ ਨੂੰ ਵੀ ਮੇਰੇ ਇਸ ਪ੍ਰੋਗਰਾਮ ਦੀ ਸਮਝ ਨਹੀਂ ਸੀ। ਇੱਕ ਦੋ ਵਾਰੀ ਆਏ ਆ, ਉਹ ਉੱਥੋਂ ਉਹਨਾਂ ਨੂੰ ਪਤਾ ਲੱਗਾ ਵਾ ਕਿ ਹਾਂ ਇਹ ਪ੍ਰੋਗਰਾਮ ਹੈਗਾ, ਉੱਥੇ ਜਾਂਦੀ ਹੈ। ਨਹੀਂ ਤੇ ਸ਼ੁਰੂ ਦੇ ਵਿੱਚ ਉਹਨੂੰ ਪੁੱਛਦੇ ਸੀਗੇ ਕਿ ਲੈ ਰੋਜ਼ ਹੀ ਉੱਥੇ ਕੀ ਕਰਨਾ ਜਾ ਕੇ। ਹਦਾ ਕਿ ਮੇਰੇ ਮਦਰ ਇਨ ਲਾ ਜਿਹੜੇ ਹੈਗੇ ਉਹ ਅਜੇ ਵੀ ਡਿਨਾਈਲ 'ਚ ਹੈਗੇ ਇਸ ਚੀਜ਼ ਦਾ। ਉਹਨਾਂ ਨੂੰ ਨਹੀਂ ਪਤਾ ਕਿ ਇਹ ਇੱਕ ਬਿਮਾਰੀ ਹੈਗੀ ਹੈ। ਉਹਨਾਂ ਨੂੰ ਇਹ ਪਤਾ ਹੈ ਕਿ ਸ਼ਰਾਬ ਪੀਂਦਾ ਹੀ ਜੀ, ਸ਼ਰਾਬ ਛੱਡੀ ਹੈ, ਮੈਡੀਸਨ ਖਾਂਦਾ ਹੈ। ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਇਹਨੂੰ ਪੁੱਛਦੇ ਕਈ ਵਾਰੀ ਕਿ ਤੂੰ ਰੋਜ਼ ਹੀ ਜਾਂਦੀ ਉੱਥੇ, ਰੋਜ਼ ਕੀ ਹੈਗਾ ਜੇ, ਤੇ ਰੋਜ਼ ਜਾਣ ਦੀ ਕੀ ਲੋੜ ਹੈਗੀ ਹੈ। ਹੌਸਪੀਟਲ ਹੈਗਾ ਉੱਥੇ, ਹੌਸਪੀਟਲ ਦੀ ਤਰ੍ਹਾਂ ਜਾਓ। ਸੋ ਨੈਚੁਰਲੀ ਅੱਛਾ, ਜਦੋਂ ਤੁਹਾਡੇ ਮਦਰ ਤੇ ਮਦਰ ਲਾ ਐਕਸੈਪਟ ਨਹੀਂ ਸੀ ਕਰਦੇ ਇਸ ਡਿਜ਼ੀਜ਼ ਨੂੰ? ਮਦਰ ਇਨ ਲਾ ਅਜੇ ਵੀ ਨਹੀਂ ਐਕਸੈਪਟ ਕਰਦੇ ਆ। ਮੇਰੀ ਮਦਰ ਹੁਣ ਐਕਸੈਪਟ ਕਰਨ ਲੱਗ ਪਏ ਆ। ਅੱਛਾ, ਜਦੋਂ ਸਾਡੇ ਆਸ-ਪਾਸ ਕੋਈ ਰਿਲੇਟਿਵਸ ਜਾਂ ਇਹ ਪੇਰੈਂਟਸ ਐਕਸੈਪਟ ਨਹੀਂ ਕਰਦੇ, ਨੈਚੁਰਲੀ ਕੋਈ ਨਾ ਕੋਈ ਇਸ ਤਰ੍ਹਾਂ ਦੀ, ਜਿਵੇਂ ਤੁਸੀਂ ਕਹਿਤਾ ਕਿ ਹਸਪੀਟਲ ਹੈ, ਕਦੀ ਕਦਾਈ ਚਲੇ ਗਏ, ਠੀਕ ਹੈ, ਆ ਕੀ ਹੋਇਆ, ਰੋਜ਼ ਚਲੇ ਗਏ। ਜਦੋਂ ਇਸ ਤਰ੍ਹਾਂ ਦੀ ਗੱਲ ਕਰਦੇ, ਇਹਦਾ ਕੋਈ ਨੈਗੇਟਿਵ ਇਨਫਲੂਐਂਸ ਵੀ ਪੈਂਦਾ ਪੇਸ਼ੈਂਟ 'ਤੇ? ਸਾਨੂੰ ਨਹੀਂ ਫਰਕ ਪੈਂਦਾ। ਹੁਣ ਸਾਨੂੰ ਇਸ ਕਰਕੇ ਨਹੀਂ ਫਰਕ ਪੈਂਦਾ ਕਿਉਂਕਿ ਸਾਡੀ ਲਾਈਫ ਵਧੀਆ ਚੱਲ ਰਹੀ ਹੈ, ਸਾਡੀ ਫੈਮਿਲੀ ਵਧੀਆ ਹੈਗੀ ਹੈ, ਠੀਕ ਹੈ। ਅਸੀਂ ਸਾਰਾ ਦਿਨ ਵੈਸੇ ਵੀ ਘਰੇ ਵੀ ਬਹਿਣਾ ਹੀ ਹੈ, ਆਫਿਸ ਚਲ ਜਾਂਦੇ, ਉਸ ਤੋਂ ਬਾਅਦ ਵੀ ਘਰੇ ਆ ਕੇ ਕੰਮ ਨਹੀਂ ਕਰਨਾ, ਤੇ ਅਸੀਂ ਮੀਟਿੰਗ ਅਟੈਂਡ ਕਰ ਲਈਏ ਤੇ ਸਾਡੇ ਲਈ ਬੈਟਰ ਹੁੰਦਾ ਵਾ। ਸਾਡੀ ਲਾਈਫ ਦੇ ਵਿੱਚ ਜਿਹੜੇ ਜੋ ਵੀ ਅਸੀਂ ਇੱਥੋਂ ਸੁਣ ਕੇ ਜਾਵਾਂਗੇ ਤੇ ਅੱਗੇ ਆਪਣੀ ਫੈਮਿਲੀ ਦੇ ਵਿੱਚ ਹੀ, ਆਪਣੇ ਜਿੰਨਾ ਵੀ ਸੋਸ਼ਲ ਸਰਕਲ ਆ ਉਹਦੇ ਦੇ ਵਿੱਚ ਆਪਾਂ ਅਪਲਾਈ ਕਰਾਂਗੇ ਤੇ ਬੈਟਰ ਲੱਗਦਾ ਸਾਨੂੰ। ਮੈਂ ਹੁਣ ਵੀ ਤੁਹਾਡੀ ਗੱਲ ਦਾ ਇਹੋ ਜਵਾਬ ਦੇਣ ਡਿਆ ਕਿ ਪੇਸ਼ੈਂਟ ਤੇ ਭੱਜਦਾ ਵਾ ਇੱਥੋਂ। ਮੈਂ ਆਪਣੀ ਗੱਲ ਕਰਾਂ ਤਾਂ ਮੈਂ ਵੀ ਕਈ ਵਾਰੀ ਮੈਂ ਕਹਿੰਦਾ ਨਹੀਂ ਅੱਜ ਨਹੀਂ ਜਾਣਾ, ਕੋਈ ਗੱਲ ਨਹੀਂ ਹੈਗੀ, ਨਾ ਅੱਜ ਨਹੀਂ, ਹਫਤੇ 'ਚ ਜੇ ਇੱਕ ਦਿਨ ਨਹੀਂ ਵੀ ਜਾਵਾਂਗੇ ਫਿਰ ਕੀ ਫਰਕ ਪੈ ਜਾਊਗਾ। ਸ਼ੁਰੂ 'ਚ ਇਹੋ ਹੁਣ ਤਾਂ ਚਲੋ ਮੈਂ ਇੱਥੇ ਅਵੇਲੇਬਲ ਨਹੀਂ ਹੁੰਦਾ, ਲੇਕਿਨ ਸ਼ੁਰੂ 'ਚ ਇਹੋ ਲੱਗਦਾ ਸੀਗਾ। ਪਰ ਮੇਰੀ ਵਾਈਫ ਨੇ ਜਿਹੜਾ ਹੈਗਾ ਉਹ ਕਹਿਣਾ ਕਿ ਨਹੀਂ, ਉਹਨਾਂ ਨੇ ਮੈਨੂੰ ਜ਼ਬਰਦਸਤੀ ਵੀ ਨਹੀਂ ਕੀਤੀ ਕਿ ਨਹੀਂ ਤੁਸੀਂ ਜਾਣਾ ਹੀ ਜਾਣਾ ਵਾ। ਉਹਨਾਂ ਕਹਿੰਦਾ ਤੁਸੀਂ ਨਹੀਂ ਜਾਣਾ ਤਾਂ ਕੋਈ ਗੱਲ ਨਹੀਂ ਹੈਗੀ, ਮੈਂ ਚੱਲ ਜੰਨੀ ਹਾਂ। ਪਰ ਦੇਖੋ, ਜਦੋਂ ਤੁਸੀਂ ਨਹੀਂ ਆ ਰਹੇ ਸੀਗੇ, ਜਦੋਂ ਤੁਸੀਂ ਬਹੁਤ ਟਫ ਸਰਕਮਸਟੈਂਸਿਸ 'ਚ ਲੰਘੇ, ਜਦੋਂ ਤੁਹਾਡੇ ਆਫੀਸ਼ੀਅਲ ਕਿੰਨੀਆਂ ਵੱਡੀਆਂ ਪ੍ਰੋਬਲਮਸ ਆਈਆਂ, ਅਤੇ ਤੁਹਾਡੇ ਵਾਈਫ ਨੇ ਇੱਕ ਦਿਨ ਵੀ ਪ੍ਰੋਗਰਾਮ ਨਹੀਂ ਮਿਸ ਕੀਤਾ? ਇੱਕ ਦਿਨ ਵੀ ਕੋਈ ਪ੍ਰੋਗਰਾਮ ਨਹੀਂ ਮਿਸ ਕੀਤਾ, ਬਲਕਿ ਤੁਸੀਂ ਵੀ ਨਹੀਂ ਕੀਤਾ? ਨਹੀਂ ਸਰ, ਜਦੋਂ ਤੁਸੀਂ ਈਵਨ ਮੈਂ ਉਸ ਟਾਈਮ ਦੇ ਉੱਤੇ ਮੈਂ ਸਾਰੇ ਦਿਨ ਆਇਆ। ਜੇ ਮੇਰਾ 6 ਮਹੀਨੇ ਮੇਰਾ ਥੋੜ੍ਹਾ ਚੱਲਦਾ ਰਿਹਾ ਆਫਿਸ ਦੇ ਵਿੱਚ, ਉਸ ਟਾਈਮ 'ਤੇ ਮੈਂ ਜ਼ਰੂਰ ਆਇਆ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਮੀਟਿੰਗ 'ਚ ਜਾਵਾਂਗਾ ਜਾਂ ਇੱਥੇ ਫੈਲੋਸ਼ਿਪ ਦੇ ਨਾਲ ਆਪਣੀ ਕੋਈ ਸ਼ੇਅਰਿੰਗ ਕਰਾਂਗਾ, ਗੱਲਬਾਤ ਕਰਾਂਗਾ, ਅਤੇ ਮੇਰਾ ਜਿਹੜਾ ਹੈਗਾ ਉਹ ਜ਼ਿਆਦਾ ਮੈਨੂੰ ਇੰਜ਼ਾਇਟੀ ਨਹੀਂ ਹੋਏਗੀ ਉਸ ਚੀਜ਼ ਦੀ, ਮੈਨੂੰ ਜ਼ਿਆਦਾ ਧਿਆਨ ਨਹੀਂ ਜਾਏਗਾ ਉਸ ਬਾਰੇ। ਉਹ ਤੁਹਾਡਾ ਇੱਕ ਤਰ੍ਹਾਂ ਦਾ ਪ੍ਰੋਬਲਮਸ ਹੀਲਿੰਗ ਹੋ ਜਾਂਦੀ ਸੀ ਸਰ ਇੱਥੇ ਆ ਕੇ, ਕਿ ਮੈਨੂੰ ਉਸ ਚੀਜ਼ ਬਾਰੇ, ਜਿਸ ਤਰ੍ਹਾਂ ਇੱਥੇ ਗੱਲ ਕਰਦੇ ਸੀਗੇ ਆਪਾਂ ਉਸ ਟਾਈਮ 'ਤੇ ਗੱਲ ਕਰਦੇ ਸੀ, ਤੁਸੀਂ ਵੀ ਗੱਲ ਕਰਦੇ ਸੀਗੇ ਕਿ ਚਲੋ ਕੋਈ ਗੱਲ ਨਹੀਂ ਹੈਗੀ ਹੈ, ਇਹ ਸਮਾਂ ਇੱਕੋ ਜਿਹਾ ਥੋੜ੍ਹਾ ਰਹਿਣਾ ਵਾ, ਜੇ ਇਹ ਸਿਚੁਏਸ਼ਨ ਆਈ ਹੈ ਤਾਂ ਸਿਚੁਏਸ਼ਨ ਚੇਂਜ ਵੀ ਹੋ ਜਾਣੀ ਹੈ। ਆਪਾਂ ਉਹ ਚੀਜ਼ ਆਪਣੇ ਮਾਈਂਡ 'ਚ ਰੱਖੀ ਸੀਗੀ ਕਿ ਇਹ ਕਿਹੜਾ ਪਰਮਾਨੈਂਟ ਇਸੇ ਤਰ੍ਹਾਂ ਰਹਿਣਾ ਹੈ, ਉਹ ਰਿਹਾ ਵੀ ਨਹੀਂ ਸਰ। ਕਿਉਂਕਿ ਕਿਸੇ ਇਨਸਾਨ ਨਾਲ ਜਦੋਂ ਇਨਜਸਟਿਸ ਹੁੰਦਾ ਹੈ, ਤੁਹਾਡੀ ਕੋਈ ਗਲਤੀ ਵੀ ਨਹੀਂ ਹੁੰਦੀ ਐਂਡ ਤੁਹਾਨੂੰ ਕੋਈ ਮਤਲਬ ਇਨਜਸਟਿਸ ਹੁੰਦਾ, ਨੈਚੁਰਲੀ ਉਸ ਵੇਲੇ ਬੜੀਆਂ ਨੈਗੇਟਿਵ ਫੀਲਿੰਗਸ ਆਉਂਦੀਆਂ। ਇਨਜਸਟਿਸ ਖਾਸ ਕਰਕੇ ਜਦੋਂ ਤੁਹਾਡੇ ਨਾਲ ਹੋ ਰਿਹਾ, ਤੁਹਾਡੇ ਅੰਦਰ ਫਰਸਟ੍ਰੇਸ਼ਨ ਆਉਂਦੀਆਂ, ਤੁਹਾਡੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ, ਵਿਦਰੋਹ ਭਾਵਨਾ ਆਉਂਦੀ ਹੈ। ਉਸ ਵੇਲੇ ਕਾਫੀ ਮਤਲਬ ਬੜਾ ਇੰਪੋਰਟੈਂਟ ਹੁੰਦਾ ਕਿ ਤੁਸੀਂ ਰਿਲੈਪਸ ਕਰਨ ਵੱਲ ਇਨਸਾਨ ਜਾ ਸਕਦਾ। ਸੋ ਉਸ ਨੂੰ ਤੁਸੀਂ ਕਿਵੇਂ ਸੋਲਵ ਕੀਤਾ? ਸਰ ਉਹਦੇ ਵਿੱਚ ਵੀ ਮੈਂ ਇਹੋ ਚੀਜ਼ ਕਹੂੰਗਾ ਕਿ ਸਾਡਾ ਪ੍ਰੋਫੈਸ਼ਨ ਸੇਮ ਸੀਗਾ। ਆਪਣੇ ਕੇਸ ਦੇ ਵਿੱਚ ਮੇਰੀ ਵਾਈਫ ਇਸ ਚੀਜ਼ ਨੂੰ ਸਮਝ ਸਕਦੀ ਸੀਗੀ ਕਿਉਂਕਿ ਉਹ ਅਸੀਂ ਆਫਿਸ ਵੀ ਸਾਡਾ ਸੇਮ ਸੀਗਾ, ਵਰਕਿੰਗ ਵੀ ਸਾਡੀ ਸੇਮ ਸੀਗੀ, ਲੇਕਿਨ ਮੈਂ ਆਫਿਸ ਜਾਣਾ ਨਹੀਂ ਛੱਡਿਆ ਕਿ ਜੇ ਮੇਰੇ ਕੋਲ ਕੰਮ ਨਹੀਂ ਹੈਗਾ ਤਾਂ ਮੈਂ ਆਫਿਸ ਨਹੀਂ ਜਾਣਾ, ਮੈਂ ਘਰੇ ਬਹਿ ਜਾਣਾ ਜੀ, ਕਿਉਂਕਿ ਬਿਨਾਂ ਕੰਮ ਤੋਂ ਆਫਿਸ 8 ਘੰਟੇ ਗੁਜ਼ਾਰਨਾ ਬਹੁਤ ਔਖਾ ਹੈ। ਅਤੇ ਮੈਂ ਆਪਣਾ ਕੰਮ ਮੇਰੇ ਕੋਲ ਨਹੀਂ ਹੁੰਦਾ ਸੀਗਾ, ਮੈਂ ਇਹਦਾ ਕੰਮ ਫੜ ਲੈਣਾ, ਮੈਂ ਕਿ ਲਿਆ ਮੈਂ ਤੇਰਾ ਕੰਮ ਕਰ ਦਿੰਦਾ ਵਾ,
ਆਊਟ ਆਫ ਦਾ ਵੇ ਜਾ ਕੇ। ਅਤੇ ਮੈਂ ਟਾਈਮ ਮਤਲਬ ਆਪਣਾ ਜਿਹੜਾ ਵੀ ਯੂਟੀਲਾਈਜ਼ ਕਰਨਾ ਸੀਗਾ ਮੈਂ 8 ਘੰਟੇ ਕਰਨੇ ਸੀ, ਅਤੇ ਮੈਂ ਵਿਹਲੇ ਬਹਿ ਕੇ ਜੇ ਮੈਂ ਕਰਦਾ ਤਾਂ ਮੈਂ ਕਿਤੇ ਨਾ ਕਿਤੇ ਇਸ ਪਾਸੇ ਜਾ ਸਕਦਾ ਸੀਗਾ।